वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप शाम की गुरमत क्लास में जुड़ चुके हो। सतगुरां दी मेहरमत सदका आपां हर रोज़ इस शाम की क्लास विच धन श्री गुरु अर्जन देव महाराज सच्चे पातशाह जी की पावन बाणी श्री सुखमनी साहब की संथਿਆ ते विचार करते हैं। सतगुरां की दया सदका आपां कल 12 अष्टपदियां संपूर्ण कर लईआं हन। अज आपां 13वीं अष्टपदी जिहड़ी है वो आरंभ करनी है। जो सलोक आप जी की स्क्रीन उपर है ये 13वीं अष्टपदी का सलोक है। इत्थों आपां संथਿਆ आरंभ करनी है। सो आप जिन्ने भी जुड़ चुके हो सब संगत का बहुत बहुत धन्यवाद जो अपने रुझेविਆਂ जो समा कढ़ के सतगुरां की बाणी नाल जुड़ के अपने जीवन को सफल करते हो। आओ आपां धन श्री गुरु अर्जन देव महाराज जी का ध्यान धरिए ਅਤੇ इस पावन बाणी की संथਿਆ आरंभ करिए। सतगुरु श्री गुरु अर्जन देव महाराज सच्चे पातशाह बख्शिश करते हैं। सतगुरु कहते हैं सलोक संत सरन जो जन परै सो जन उदरन हार संत की निंदा नानका बहुर बहुर अवतार। सतगुरु कहते आ संत सरन जो जन परे ਜਿਹੜਾ ਮਨੁੱਖ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਪਵੇ। ਸੰਤ ਕੌਣ ਹੈ? ਜਿਨੇ ਆਪਣੇ ਆਪ ਨੂੰ ਸਾਧ ਲਿਆ ਉਹੀ ਸਾਧ ਹੈ, ਉਹੀ ਸੰਤ ਹੈ। ਸਤਿਗੁਰਾਂ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ ਗੁਰਬਾਣੀ ਵਿੱਚ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮਾਰੇ ਕਹਿੰਦੇ ਅਸਲੀ ਸੰਤ ਅਸਲੀ ਮਹਾਂਪੁਰਸ਼ ਉਹ ਹੈ ਜਿਹਨੂੰ ਸਾਸ ਗਰਾਸ ਪਰਮੇਸ਼ਰ ਨਹੀਂ ਭੁੱਲਦਾ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਹਰੀ ਦਾ ਨਾਮ ਮੰਤਰ ਨਹੀਂ ਭੁੱਲਦੇ, ਹਰ ਵੇਲੇ ਜਪਦੇ ਰਹਿੰਦੇ ਆ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹ ਪੂਰਨ ਸੰਤ ਹਨ। ਸੰਸਾਰ ਦੇ ਝੂਠੇ ਸੰਤ ਵੀ ਬਹੁਤ ਆ, ਕਿਉਂਕਿ ਉਸ ਦਿਨ ਆਪਾਂ ਗੱਲ ਕੀਤੀ ਸੀ ਕਿ ਜੇ ਅਸਲ ਹੈ ਤੇ ਉਹਦੀ ਫੋਟੋ ਕਾਪੀ ਉਹਦੀ ਨਕਲ ਵੀ ਜ਼ਰੂਰ ਹੁੰਦੀ ਹੈ। ਇਸ ਕਰਕੇ ਝੂਠਿਆਂ ਦੇ ਸੰਗ ਨਹੀਂ ਜਾਣਾ। ਅਸਲੀ ਸੰਤ ਦੀ ਪਛਾਣ ਸਤਿਗੁਰਾਂ ਨੇ ਪਿੱਛੇ ਲੱਛਣ ਦੱਸੇ ਆ ਕਿ ਅਸਲੀ ਸੰਤ ਜੋ ਸਾਧ ਦੇ ਲੱਛਣ ਉਹੀ ਸੰਤ ਦੇ ਲੱਛਣ ਹਨ। ਕਿ ਉਹ ਮਨੁੱਖ ਜਿਹੜਾ ਪਰਮੇਸ਼ਰ ਨੂੰ ਸਾਸ ਧਿਆਉਂਦਾ ਹੈ, ਜਿਹਦੇ ਲਈ ਇੱਕ ਬਰਾਬਰ ਹੈ ਸੋਨਾ ਚਾਂਦੀ ਮਿੱਟੀ, ਉਹ ਮਨੁੱਖ ਉਹ ਅਸਲੀ ਪੁਰਖ ਉਹ ਸੰਤ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਉਹੀ ਗੁਰਮੁਖ ਉਹੀ ਪਿਆਰਾ ਸਿੱਖ ਉਹੀ ਸੰਤ ਹੈ ਜਿਹੜਾ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਧਿਆਉਂਦਾ ਹੈ, ਜਿਹੜਾ ਯਾਦ ਕਰਦਾ, ਉਹ ਅਸਲੀ ਸੰਤ ਹੈ। ਤੇ ਮਹਾਰਾਜ ਬਖਸ਼ਿਸ਼ ਕਰਦੇ ਆ ਸੰਤ ਸਰਨ ਜੋ ਜਨ ਪਰੇ। ਜਿਹਨੂੰ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਜਿਹੜਾ ਸੰਤ ਹੈ ਉਹਦੀ ਸ਼ਰਨ ਦੇ ਵਿੱਚ ਜਿਹੜਾ ਮਨੁੱਖ ਚਲਿਆ ਜਾਵੇ ਸੋ ਜਨ ਉਦਰਨਹਾਰ। ਉਦਰਨਹਾਰ ਉਹ ਮਨੁੱਖ ਜਿਹੜਾ ਹੈ ਉਸ ਸੰਸਾਰ ਭਵ ਸਾਗਰ ਤੋਂ ਉਤਰ ਜਾਂਦਾ ਹੈ, ਪਾਰ ਉਤਰ ਜਾਂਦਾ ਹੈ, ਜਿਹੜਾ ਸੰਤ ਦੀ ਸ਼ਰਨ ਵਿੱਚ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਮਹਾਰਾਜ ਕਹਿੰਦੇ ਪਰ ਜੇ ਕੋਈ ਸੰਤ ਮਹਾਤਮਾ ਦੀ ਨਿੰਦਿਆ ਕਰੇ, ਮਾੜਾ ਬੋਲੇ, ਬਹੁਰ ਬਹੁਰ ਅਵਤਾਰ, ਉਹਨੂੰ ਵਾਰ-ਵਾਰ ਅਵਤਾਰ ਵਾਰ-ਵਾਰ ਜੂਨਾਂ ਧਾਰਨ ਕਰਨੀਆਂ ਪੈਂਦੀਆਂ। ਜਿਹੜਾ ਮਨੁੱਖ ਸੰਤ ਮਹਾਂਪੁਰਸ਼ ਦੀ ਜੋ ਜਪਣ ਵਾਲੇ ਹਨ, ਜੋ ਸੰਗਤ ਕਰਨ ਵਾਲੇ ਹਨ, ਜੋ ਗੁਰੂ ਦੇ ਪਿਆਰੇ ਹਨ, ਉਹਨਾਂ ਦੀ ਜਿਹੜੀ ਨਿੰਦਿਆ ਕਰਨ ਵਾਲੇ ਨੇ ਉਹ ਉਹਨਾਂ ਨੂੰ ਵਾਰ-ਵਾਰ ਜਿਹੜਾ ਹੈ ਜੰਮਣਾ ਮਰਨਾ ਪੈਂਦਾ, ਵਾਰ-ਵਾਰ ਆਉਣਾ ਜਾਣਾ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸੰਤ ਮਹਾਂਪੁਰਸ਼ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜਿਹੜਾ ਜਪਣ ਵਾਲਾ ਹੈ ਉਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਜਿਹੜਾ ਨਾਮ ਜਪਦਾ ਹੈ, ਜਿਹੜਾ ਬੰਦਗੀ ਕਰਦਾ ਹੈ। ਅਸ਼ਟਪਦੀ ਹੁਣ ਅਸ਼ਟਪਦੀ ਦੇ ਵਿੱਚ ਸਤਿਗੁਰੂ ਸੰਤ ਬਾਰੇ ਹੋਰ ਵਿਸਥਾਰ ਨਾਲ ਦੱਸਦੇ ਆ ਕਿ ਜਿਹੜੇ ਸ਼ਰਨ 'ਚ ਪੈਂਦੇ ਆ ਉਹ ਉੱਧਰ ਜਾਂਦੇ ਆ, ਅਤੇ ਜਿਹੜੇ ਨਿੰਦਿਆ ਕਰਦੇ ਆ, ਦਿਖਾਉਂਦੇ ਆ, ਸੰਤ ਨੂੰ ਮਾੜਾ ਕਹਿੰਦੇ ਆ, ਉਹ ਜਿਹੜੇ ਆ ਉਹ ਨਰਕਾਂ ਨੂੰ ਜਾਂਦੇ ਆ। ਉਹਨਾਂ ਦੀ ਕੀ ਕਹਾਣੀ ਹੈ ਇਹਦੇ ਬਾਰੇ ਮਹਾਰਾਜ ਅਸ਼ਟਪਦੀ 'ਚ ਬਿਆਨ ਕਰਦੇ। ਸੰਤ ਕੈ ਦੁਖਨ ਆਰਜਾ ਘਟੈ
संत कै दुखन जम ते नहीं छुटै। महाराज कहते आ जे कोई मनुख संत के उपर दुखन, दुखन का अर्थ होंदा आरोप लाने, संत कै दुखन आरजा घटे। जे कोई संत के उत्ते दुखन लावे, दूषण लावे, माड़ा कवे, दिल दुखावे संत का, वो लागे जाके उहदी निंदिया करे, संत कै दुखन आरजा घटे, वो आरजा वो उम्र घटती है। कई होंगे ना जिहड़े जपन वाले नूं मजाक करते हैं, माड़ा बोलते हैं कि इन्हों बड़ा पता है, एवें रोज़ बह जाते हैं रब रब कर। महाराज कहते वो आरजा घटती जिहड़ा माड़ा बोलता है, जिहड़ा सत संगियां नूं, संतां नूं, गुरमुख प्यारिआं नूं माड़ा बोलता है, वो आरजा घटती है। संत कै दुखन जम ते नहीं छुटै। महाराज कहते फिर आरजा घटती है, तो नाल ही जदों इत्थों जाते हैं फिर जम उन्होंने फड़ लेंदे आ ते छड्डदे नहीं है। जिहड़े संतां दी संतां ते दुखन लाउंदे आ, संतां नूं माड़ा कहंदे, निंदिया करदे आ महापुरखां दी, गुरमुख प्यारिआं दी, वो जम्मां तो नहीं छुटदे, जम्मां दी फाही उन्हां दे गल पै जांदी है। संत कै दुखन सुख सब जाए। जे कोई माड़ा कही जावे संतां नूं, गुरमुख प्यारिआं नूं, उस मनुख दे सुख सारे खत्म हो जाते, सुख सब जाए, सारे सुख चले जाते हैं जिहड़े सुख ने पाए होंदे आ ना। माड़ा कहण वालिआं नूं जिहड़ा वो दुख फिर आउण लग पैंदा, सुखी नहीं रहिंदे। कई ऐसे होंदे आ जिहड़े संत महापुरख महात्मा नूं माड़ा कहिंदे हन, फिर अंत नूं उन्हां दे चरनां 'च डिगदे, महाराज सानूं तो दुख ही बड़ा लगा, असीं तो बहुत दुखी हो गए। महाराज कहंदे सुख सब जाए। जिहड़ा जपण वाले दी निंदिया करदा, जपण वाले नूं माड़ा कहिंदा, उहने फिर सुखी थोड़ी होना। सुख सब जाए, सारे सुख उहदे खत्म हो जाते हैं जिहड़ा संतां नूं माड़ा कहंदा। संत कै दुखन नरक मह पाए। संत कै दुखन नरक मह पाए। जिहड़े संतां नूं दुखी करदे आ, दूषण लाउंदे आ, माड़ा कहिंदे आ, नरक मह पाए, उन्हां नूं नरक दे विच धक्के पैंदे आ। नरक दे विच परमेशर पाउंदा उन्हां नूं, नरक दे विच परमेशर वाहिगुरू पा दिंदा, धक्क दिंदा है, उन्हां दे कोलों शुभ गुण खोह लैंदा है, उन्हां दे कोलों सुख खत्म कर दिंदा है, ते उन्हां नूं नरकां 'च धक्के खाने पैंदे जिहड़े गुरमुख प्यारिआं नूं माड़ा कहिंदे आ, जिहड़े जपण वालिआं दी निंदिया करदे। संत कै दुखन मत होए मलीन। संत कै दुखन सोभा ते हीन। संत कै दुखन मत होए मलीन। जिन्हां ने निंदिया ही करी जानी सारा दिन, उन्हां दी मत ते मलीन होनी है, गंदी होनी है मत। जिन्हां जपण वालिआं नूं माड़ा कहना, तो मलीन बुद्धि वाले मनुख ही माड़ा कहते हैं, चंगी बुद्धि वाले तो माड़े की भी निंदिया नहीं करते। जिहड़ा चंगी बुद्धि वाला हुंदा ना, चंगा मनुख हुंदा है, वो किसी माड़े की भी निंदिया नहीं करता। वो कहता कोई गल नहीं, परमेशर वेख रहे, आपे करनगे, भोगणगे। पर जिहड़े मलीन बुद्धि वाले हुंदे, वो हर किसी की निंदिया करते, तो फिर संतां नूं थोड़ी बख्शणगे जिहड़े हर किसी की निंदिया करते। जपण वाले नूं तो माड़ा कहणगे। सतगुरु कहंदे मत मलीन हो जाती है, बुद्धि भ्रिष्ट हो जाती है जिहड़ा संतां नूं माड़ा कहंदा। संत कै दुखन सोभा ते हीन। सतगुरु कहंदे आ संत कै दुखन सोभा ते हीन, उन्हां मनुखां दी शोभा वडियाई खत्म हो जाती है, उन्हां दी वडियाई नहीं रहिंदी संसार दे विच। लोग उन्हां नूं धिकार कहंदे आ कि तूं बहुत माड़ा है, क्योंकि उन्हां ने संतां दी निंदिया कीती हुंदी है, फिर उन्हां दे गल उही उन्हां दे गल ही पैंदी है जिहड़ी निंदिया। क्योंकि कबीर साहब कहंदे आ हमरे कपड़े निंदक धोवै, निंदा करे सो हमरा मीत। कहंदे साडे कपड़े निंदक धोंदा जिहड़ा सानूं निंददा, क्योंकि सारी मैल ते वो अपने कोल लै जांदा, मत होए मलीन, फिर उहदी वडियाई कित्थों होनी है। संत कै दुखन सोभा ते हीन। सोभा चली जाती है, खत्म हो जाती सोभा। जिहड़े मनुख जपण वालिआं नूं माड़ा कहिंदे, जिहड़े मनुख गुरमुख प्यारिआं नूं माड़ा कहिंदे। संत के हथे कौ रखै ना कोय। पहलों कै आया, इत्थे के शब्द आया। के और कै दे विच फर्क है। संत के हथे कौ रखै ना कोय। सतगुर कहंदे आ भाई वाहिगुरू,
वाहिगुरु वाहिगुरु। संत कह के हते को रखे ना कोई। महाराज कहते आ भाई ਜਿਹੜਾ ਸੰਤਾਂ ਦੇ ਹੱਥੇ ਭਾਰੇ ਭਾਵ ਫਟਕਾਰੇ ਹੋਏ ਨਾ, ਜਿਨ੍ਹਾਂ ਨੂੰ ਸੰਤਾਂ ਨੇ ਕਹਿ ਦਿੱਤਾ ਜਾ ਤੂੰ ਦਫਾ ਹੋ, ਤੂੰ ਤੇ ਫਿੱਟ ਗਿਆ, ਉਹਨਾਂ ਨੇ ਕੋਈ ਨਹੀਂ ਰੱਖਦਾ। ਸੰਤ ਕੇ ਹੱਥੇ ਕੋ ਰੱਖਿਆ ਨਾ ਕੋਈ। ਜਿਨ੍ਹਾਂ ਨੂੰ ਸੰਤ ਇੱਕ ਵਾਰੀ ਕਹਿ ਦੇਣ ਭਾਈ ਜਾ ਤੇ ਤੇਰਾ ਨਹੀਂ ਕੁਝ ਵੀ ਹੋ ਸਕਦਾ, ਤੂੰ ਬਹੁਤ ਮਾੜੇ ਜੀਵਨ ਵਾਲਾ, ਫਿਰ ਉਹ ਰੱਖਿਆ ਨਾ ਕੋਈ, ਕੋਈ ਨਹੀਂ ਉਹਨਾਂ ਨੂੰ ਰੱਖਦਾ, ਫਿਰ ਉਹਨਾਂ ਦਾ ਜੀਵਨ ਬਰਬਾਦ ਹੋ ਜਾਂਦਾ। ਜਿਹੜੇ ਮਨੁੱਖ ਸੰਤਾਂ ਦੀ ਨਿੰਦਿਆ ਕਰਦੇ, ਜਿਹੜੇ ਗੁਰਮੁਖ ਪਿਆਰਿਆਂ ਦੀ ਨਿੰਦਾ ਕਰਦੇ, ਉਹਨਾਂ ਦਾ ਇਹ ਹਾਲ ਹੁੰਦਾ। ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸਤਿਗੁਰ ਕਹਿੰਦੇ ਆ ਭਾਈ ਜਿਹੜੇ ਮਨੁੱਖ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਉਹਨੂੰ ਕੋਈ ਨਹੀਂ ਰੱਖਦਾ। ਤੇ ਉਹ ਮਨੁੱਖ ਜਿਹਨੂੰ ਕੋਈ ਵੀ ਨਹੀਂ ਰੱਖਦਾ, ਥਾਨ ਭ੍ਰਸ਼ਟ ਹੋਏ, ਉਹ ਜਿੱਥੇ ਰਹਿੰਦੇ ਥਾਨ ਭ੍ਰਸ਼ਟ ਹੋ ਜਾਂਦਾ। ਜਿੱਥੇ ਵੀ ਉਹ ਜਾਂਦੇ ਆ, ਜਿੱਥੇ ਵੀ ਇਹ ਮਨੁੱਖ ਜਾਂਦੇ ਆ ਨਾ, ਜਿਹੜੇ ਪਰਮੇਸ਼ਰ ਨੂੰ ਨਹੀਂ ਸਿਮਰਦੇ, ਥਾਨ ਭ੍ਰਸ਼ਟ ਹੋਏ, ਥਾਂ ਗੰਦੀ ਹੋ ਜਾਂਦੀ ਹੈ। ਸੰਤਾਂ ਦੀ ਨਿੰਦਿਆ ਕੀਤਿਆਂ ਉਹਨਾਂ ਦਾ ਹਿਰਦਾ ਰੂਪੀ ਜਿਹੜੀ ਥਾਂ ਹੈ ਨਾ, ਭ੍ਰਸ਼ਟ ਹੋ ਜਾਂਦੀ ਹੈ, ਗੰਦੀ ਹੋ ਜਾਂਦੀ ਹੈ। ਫਿਰ ਉਹ ਜਿੱਥੇ ਜਾਂਦੇ ਉੱਥੇ ਗੰਦ ਹੀ ਵਗਦੇ ਆ। ਜਿਨ੍ਹਾਂ ਸੰਤਾਂ ਨੂੰ ਮਾੜਾ ਕਹਿ ਦਿੱਤਾ, ਉਹਨਾਂ ਨੇ ਆਪ ਹੀ ਜੀਵਨ ਉਹਨਾਂ ਦਾ ਮਾੜਾ ਹੋ ਜਾਂਦਾ। ਉਹ ਆਪ ਹੀ ਜਿਹੜਾ ਆ, ਉਹ ਐਸੇ ਹੁੰਦੇ ਆ ਜਿਹੜੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਮਾੜਾ ਕਹਿੰਦੇ ਆ। ਉਹਨਾਂ ਦਾ ਆਪਣਾ ਜੀਵਨ ਜਿਹੜਾ ਉਹ ਖਰਾਬ ਹੋ ਜਾਂਦਾ, ਆਪਣਾ ਜੀਵਨ ਹੀ ਮਾੜਾ ਹੋ ਜਾਂਦਾ। ਇੱਕ ਸਾਧ ਸੰਗਤ ਅਮਰੀਕ ਰਾਜਾ ਹੋਇਆ ਤੇ ਬੜਾ ਧਰਮਾਤਾ ਤੇ ਬੜਾ ਪਰਉਪਕਾਰੀ ਹੀ ਰਾਜਾ ਹੈ। ਇੱਕ ਸਮੇਂ ਇੱਕ ਇਕਾਦਸ਼ੀ ਦਾ ਵਰਤ ਹੋਇਆ ਸੀ ਤੇ ਆਪਣੇ ਪੁਰੋਹਿਤ ਦੁਰਭਾਸ਼ਾ ਰਿਸ਼ੀ ਨੂੰ ਵਰਤ ਖੋਲ੍ਹਣ ਵਾਸਤੇ ਨੇ ਬੇਨਤੀ ਕੀਤੀ। ਇਕਾਦਸ਼ੀ ਦਾ ਵਰਤ ਰੱਖਿਆ ਸੀ ਤੇ ਆਪਣੇ ਦਾ ਰਿਸ਼ੀ ਜਿਹੜਾ ਸੀ ਉਹਨੂੰ ਕਿਹਾ ਵੀ ਮੈਂ ਇਕਾਦਸ਼ੀ ਦਾ ਵਰਤ ਜਿਹੜਾ ਖੋਲ੍ਹਣਾ, ਤੇ ਬੇਨਤੀ ਕੀਤੀ। ਦੁਰਭਾਸ਼ਾ ਰਿਸ਼ੀ ਕਹਿਣ ਲੱਗਾ ਕਿ ਮੈਂ ਇਸ਼ਨਾਨ ਕਰਕੇ ਆਉਣਾ ਤੇ ਤੂੰ ਚੱਲ। ਤੇ ਉਧਰ ਕਿਤੇ ਵਰਤ ਖੋਲ੍ਹਣ ਵਿੱਚ 2 ਘੜੀਆਂ ਵੀ ਰਹਿੰਦੀਆਂ ਸੀ ਤੇ ਰਿਸ਼ੀ ਜਾਣ-ਬੁੱਝ ਕੇ ਦੇਰੀ ਕਰਨ ਲੱਗਿਆ। ਜਿਹੜਾ ਰਿਸ਼ੀ ਸੀ ਦੁਰਭਾਸ਼ਾ ਜਾਣ-ਬੁੱਝ ਕੇ ਦੇਰੀ ਕਰਨ ਲੱਗਾ, ਹੋਰ ਲੇਟ ਹੋਣ ਲੱਗ ਪਿਆ। ਤੇ ਰਿਸ਼ੀ ਨੇ ਵਿਚਾਰਿਆ ਕਿ ਜੇਕਰ ਮੇਰੇ ਜਾਣ ਤੋਂ ਪਹਿਲੇ ਨੇ ਵਰਤ ਖੋਲ੍ਹ ਲਿਆ ਤੇ ਮੈਂ ਇਹਨੂੰ ਸ਼ਰਾਬ ਦੇ ਦਾਂਗਾ। ਨਾਲੇ ਇਹਨੂੰ ਬੁਲਾਇਆ ਤੇ ਨਾਲੇ ਇਹਨੇ ਅੱਗੇ ਕਹਿ ਤਾ ਕਿ ਜੇ ਇਹਨੇ ਵਰਤ ਖੋਲ੍ਹ ਲਿਆ ਤੇ ਮੈਂ ਜਾ ਕੇ ਇਹਨੂੰ ਸ਼ਰਾਬ ਦੇ ਦਾਂਗਾ। ਤੇ ਉੱਧਰੋਂ ਸਮਾਂ ਜਿਹੜਾ ਸੀ ਉਹ ਬਤੀਤ ਹੁੰਦਾ ਗਿਆ, ਸਮਾਂ ਲੰਘਦਾ ਗਿਆ। ਹੁਣ ਇਕਾਦਸ਼ੀ ਦਾ ਜਿਹੜਾ ਵਰਤ ਸੀ ਉਹ ਵੀ ਖਤਮ ਕਰਨਾ ਸੀ, ਤੋੜਨਾ ਹੀ ਸੀ। ਤੇ ਫਿਰ ਕਹਿੰਦਾ ਵੀ ਚਲੋ ਜੇ ਮੈਂ ਸ਼ਰਾਬ ਦੇਵਾਂਗਾ ਤੇ ਜੇਕਰ ਨੇ ਵਰਤ ਖੋਲ੍ਹਿਆ ਤਾਂ ਇਹਦਾ ਪਿਛਲਾ ਸਾਰਾ ਜਿਹੜਾ ਨਿਯਮ ਭੰਗ ਹੋ ਜਾਏਗਾ, ਜੇ ਇਹਨੇ ਵਰਤ ਨਾ ਖੋਲ੍ਹਿਆ ਸਮੇਂ ਤੋਂ ਪਹਿਲਾਂ। ਬੜਾ ਪੰਗਾ ਪੈ ਗਿਆ। ਉਧਰ ਰਾਜੇ ਨੇ ਪੰਡਤਾਂ ਨੂੰ ਸੱਦ ਕੇ ਵਰਤ ਦੇ ਨਿਯਮਾਂ ਬਾਰੇ ਪੁੱਛਿਆ ਤੇ ਪੰਡਤਾਂ ਨੇ ਕਿਹਾ ਵੀ ਰਾਜਨ, ਤੂੰ ਮੂੰਹ 'ਚ ਅੰਨ ਨੂੰ ਲਾਉਣ ਦੀ ਥਾਂ ਜਲ ਨਾਲ ਵਰਤ ਖੋਲ੍ਹ ਲਾ, ਕਿਉਂਕਿ ਜਿਹੜਾ ਜਲ ਆ ਨਾ, ਕਿਉਂਕਿ ਜਲ ਦੇ ਅੰਨ ਦੇ ਨਾਲ ਵੀ ਨਹੀਂ। ਤੇ ਇਹ ਗੱਲ ਸੁਣ ਕੇ ਅਮਰੀਕ ਨੇ ਠਾਕੁਰਾਂ ਦੇ ਚਰਨਾਂ 'ਚ ਜਲ ਮ੍ਰਿਤ ਲੈ ਕੇ ਵਰਤ ਖੋਲ੍ਹ ਲਿਆ। ਉਹਨੇ ਕਿਹਾ ਚੱਲ ਤੂੰ ਅੰਨ ਨਾਲ ਜੇ ਵਰਤ ਨਹੀਂ ਖੋਲ੍ਹਣਾ, ਤੂੰ ਜਲ ਦੇ ਨਾਲ ਖੋਲ੍ਹ ਲਾ। ਇਹਨੇ ਫਿਰ ਜਿਹੜਾ ਜਲ ਸੀ ਨਾ ਉਹ ਲੈ ਕੇ ਤੇ ਉਹਦੇ ਨਾਲ ਉਹ ਜਲ ਛਕ ਕੇ ਤੇ ਇਹਨੇ ਆਪਣਾ ਵਰਤ ਖੋਲ੍ਹ ਲਿਆ। ਇਹਨਾਂ ਨੂੰ ਦੁਰਭਾਸ਼ਾ ਰਿਸ਼ੀ ਆ ਗਏ ਇਸ਼ਨਾਨ ਕਰਕੇ ਤੇ ਰਾਜੇ ਕੋਲ ਆਇਆ ਤੇ ਵਰਤ ਖੁੱਲਿਆ ਵੇਖ ਕੇ ਰਾਜੇ ਨੂੰ ਗੁੱਸੇ ਨਾਲ ਕਹਾਇਆ। ਕਹਿੰਦਾ ਰਾਜੇ ਨੂੰ, ਅਮਰੀਕ ਕਹਿੰਦਾ ਮੈਂ ਤੈਨੂੰ ਸ਼ਰਾਬ ਦੇਣ ਲੱਗਿਆ। ਤੇ ਜਦੋਂ ਸ਼ਰਾਬ ਦੇਣ ਲੱਗਾ ਤਾਂ ਅਮਰੀਕ ਰਾਜੇ ਨੇ ਪਰਮੇਸ਼ਰ ਅੱਗੇ ਸਹਾਇਤਾ ਦੀ ਮੰਗ ਕੀਤੀ ਤੇ ਦੁਰਭਾਸ਼ੇ ਦੀ ਕ੍ਰੋਧ ਦੀ ਜਿਹੜੀ ਅਗਨੀ ਸੀ ਉਹ ਦੂਰ ਕਰਕੇ ਵਿਸ਼ਨੂੰ ਨੇ ਸੁਦਰਸ਼ਨ ਚੱਕਰ ਛੱਡਿਆ ਤੇ ਸਾਰੇ ਦੇਵਤਿਆਂ ਦੇ ਕੋਲ ਦੁਰਭਾਸ਼ਾ ਲਿਖੀ ਗਿਆ, ਕਿਸੇ ਨੇ ਨਹੀਂ ਫਿਰ ਰੱਖਿਆ ਕੀਤੀ। ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕੇ ਹੱਥੇ ਕੋ ਰੱਖੇ ਨਾ ਕੋਈ। ਹੁਣ ਦੁਰਭਾਸ਼ਾ ਲਿਖੀ ਭੱਜਿਆ ਫਿਰਦਾ, ਕਿਸੇ ਨੇ ਵੀ ਨਹੀਂ ਉਹਨੂੰ ਪੈਰੀ ਪਾਇਆ। ਅੰਤ ਫਿਰ ਉਸ ਰਾਜੇ ਅਮਰੀਕ ਦੇ ਪੈਰੀ ਪਿਆ ਆ ਕੇ ਕਿ ਮੈਨੂੰ ਬਚਾ ਲਓ, ਮੇਰਾ ਪਿੱਛਾ ਛਡਾਓ ਸੁਦਰਸ਼ਨ ਚੱਕਰ ਤੋਂ, ਇਹਨੇ ਮੈਨੂੰ ਵੱਢ ਦੇਣਾ। ਉਸ ਸਮੇਂ ਫਿਰ ਅਮਰੀਕ ਰਾਜੇ ਨੇ ਫਿਰ ਇਸ ਦੁਰਭਾਸ਼ਾ ਲਿਖੀ ਨੂੰ ਬਚਾਇਆ ਸੀ। ਇਸ ਕਰਕੇ ਕਹਿੰਦੇ ਆ ਕਿ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਆ, ਮਾੜਾ ਕਹਿੰਦੇ ਆ, ਤੇ ਜਿਹੜੇ ਸ਼ਰਾਪ ਦਿੰਦੇ ਆ ਉਹਨਾਂ ਦਾ ਆਪਣਾ ਹੀ ਹਾਲ ਮਾੜਾ ਹੋ ਜਾਂਦਾ। ਉਹਨਾਂ ਨੂੰ ਆਪ ਨੂੰ ਕੋਈ ਮੂੰਹ ਨਹੀਂ ਲਾਉਂਦਾ, ਆਪ ਉਹਨਾਂ ਦਾ ਥਾਨ ਭ੍ਰਸ਼ਟ ਹੋ ਜਾਂਦਾ, ਉਹਨਾਂ ਦੀ ਫਿਰ ਰੱਖਿਆ ਕੋਈ ਨਹੀਂ ਕਰਦਾ। ਫਿਰ ਉਹਨਾਂ ਨੂੰ ਸੰਤਾਂ ਦੇ ਕੋਲ ਹੀ ਵਾਪਸ ਆਉਣਾ ਪੈਂਦਾ। ਜਿਹੜਾ ਜਪਣ ਵਾਲਾ ਹੁੰਦਾ ਉਹਦੇ ਕੋਲ ਹੀ ਵਾਪਸ ਆਉਣਾ ਪੈਂਦਾ।
संत कृपाल कृपा जे करे, संत कृपाल कृपा जे करे। संत कृपाल जे कृपा ਦੇ ਘਰ ਦੇ ਵਿੱਚ ਆ ਜਾਵੇ ਸੰਤ, ਵਾਹਿਗੁਰੂ ਸੰਤ ਕਿਰਪਾਲ ਕਿਰਪਾ ਜੇ ਕਰੇ। ਮਾਰੇ ਕਹਿੰਦੇ ਆ ਸੰਤ ਕਿਰਪਾਲੂ ਜੇਕਰ ਕਿਰਪਾ ਕਰ ਦੇਵੇ, ਮਿਹਰ ਕਰ ਦੇਵੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ। ਤੇ ਉਹਨਾਂ ਦੀ ਨਿੰਦਿਆ ਕਰਨ ਵਾਲਾ ਸੰਤਾਂ ਦੀ ਉਹ ਵੀ ਤਰ ਜਾਂਦਾ ਸਤ ਸੰਗਤ ਕਰਕੇ। ਜੇ ਕਿਤੇ ਸੰਤ ਕਿਰਪਾ ਦੇ ਘਰ ਵਿੱਚ ਆ ਜਾਣ, ਕਿਰਪਾ ਕਰ ਦੇਣ ਤੇ ਆਪਣੀ ਨਿੰਦਿਆ ਕਰਨ ਵਾਲੇ ਨੂੰ ਵੀ ਸੰਗਤ ਬਖਸ਼ ਕੇ ਉਹਦਾ ਵੀ ਕਲਿਆਣ ਕਰ ਦਿੰਦੇ, ਉਹਦਾ ਵੀ ਪਾਰ ਉਤਾਰਾ ਕਰ ਦਿੰਦੇ। ਐਸੇ ਹਨ ਸੰਤ। ਸੰਤ ਕੇ ਦੁਖਨ ਤੇ ਮੁਖ ਭਵੇ, ਸੰਤ ਕੈ ਦੁਖਨ ਕਾਗ ਜਿਉ ਲਵੈ। ਮਾਰੇ ਕਹਿੰਦੇ ਸੰਤ ਕੇ ਦੁਖਨ ਤੇ ਮੁਖ ਭਵੈ। ਜਿਹੜੇ ਮਨੁੱਖ ਸੰਤਾਂ ਦੇ ਦੁਖਨ ਦੋਸ਼ ਲਾਉਂਦੇ ਆ, ਮਾੜਾ ਕਹਿੰਦੇ ਆ, ਮੁਖ ਮੂੰਹ ਭਵੈ ਭਾਵ ਮੂੰਹ ਮੁੜ ਜਾਂਦੇ ਆ, ਉਹਨਾਂ ਦੇ ਮੂੰਹ ਮੁੜ ਜਾਂਦੇ ਆ ਸਤ ਸੰਗਤ ਵੱਲੋਂ, ਉਹਨਾਂ ਦੇ ਮੂੰਹ ਮੁੜ ਜਾਂਦੇ ਆ ਪਰਮੇਸ਼ਰ ਦੇ ਨਾਮ ਵੱਲੋਂ। ਜਿਹੜੇ ਸੰਤਾਂ ਨੂੰ ਮਾੜਾ ਕਹਿੰਦੇ ਆ, ਜਿਹੜੇ ਸੰਤਾਂ ਨੂੰ ਦੁਖਣ ਲਾਉਂਦੇ ਆ, ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਤੇ ਮੁਖ ਭਵੈ, ਉਹਨਾਂ ਦੇ ਮੂੰਹ ਮੁੜ ਜਾਂਦੇ ਆ ਬੰਦਗੀ ਵੱਲੋਂ, ਸਿਮਰਨ ਵੱਲੋਂ, ਜਾਂ ਉਹਨਾਂ ਨੂੰ ਬਿਮਾਰੀ ਐਸੀ ਲੱਗ ਜਾਂਦੀ ਆ ਉਹਨਾਂ ਦੇ ਮੂੰਹ ਮੁੜ ਜਾਂਦੇ ਆ। ਉਹਨਾਂ ਨੂੰ ਸੰਤ ਕੈ ਦੁਖਣ ਕਾਗ ਜਿਉ ਲਵੇ। ਮਾਰੇ ਕਹਿੰਦੇ ਆ ਸੰਤ ਮਹਾਂਪੁਰਸ਼ਾਂ ਦੇ ਦੋਸ਼ ਲਾਉਣ ਕਰਕੇ ਜੀਵ ਕਾਗ, ਕਾਗ ਦਾ ਅਰਥ ਕਾਂ ਦੇ ਵਾਂਗੂ ਵਿਅਰਥਾ ਬਕਵਾਦ, ਕਾਂ ਕਰਦਾ ਰਹਿੰਦਾ ਨਾ, ਕਾਗ ਜਿਉ ਲਵੈ। ਮਾਰੇ ਕਹਿੰਦੇ ਕਾਂ ਦੇ ਵਾਂਗੂ ਮਨੁੱਖ ਕਾਂ ਕਰਦਾ ਰਹਿੰਦਾ, ਹਰ ਥਾਂ ਦੇ ਉੱਤੇ ਚੀਕਾਂ ਮਾਰਦਾ ਰਹਿੰਦਾ, ਕਾਂ ਕਰਦਾ ਰਹਿੰਦਾ, ਰੌਲਾ ਪਾਉਂਦਾ ਰਹਿੰਦਾ, ਪਰ ਸੰਤਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਸੰਤਨ ਕੈ ਦੁਖਣ ਕਾਗ ਜਿਉ ਲਵੈ। ਮਾਰੇ ਕਹਿੰਦੇ ਜਿਹੜੇ ਮਨੁੱਖ ਸੰਤਾਂ ਦੇ ਦੁਖੀ ਲਾਉਂਦੇ, ਉਹ ਕਾਂ ਵਾਂਗੂ ਥਾਂ ਦੇ ਉੱਤੇ ਕਾਂ ਹੀ ਕਰਦੇ ਰਹਿ ਜਾਂਦੇ ਆ। ਪੱਲੇ ਉਹਨਾਂ ਦੇ ਕੁਛ ਨਹੀਂ ਪੈਂਦਾ, ਕੋਈ ਬੰਦਗੀ ਨਹੀਂ, ਕੋਈ ਸਿਮਰਨ ਨਹੀਂ, ਕੁਛ ਨਹੀਂ ਪੱਲੇ ਪੈਂਦਾ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤਨ ਕੈ ਦੁਖਨ ਸਰਪ ਜੋਨ ਪਾਏ। ਮਾਰੇ ਕਹਿੰਦੇ ਜਿਹੜੇ ਸੰਤਾਂ ਨੂੰ ਦੁਖੀ ਕਰਦੇ ਆ ਨਾ, ਮਾੜਾ ਕਹਿੰਦੇ ਆ, ਬੰਦਗੀ ਕਰਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ, ਮਾਰੇ ਕਹਿੰਦੇ ਉਹ ਸੱਪ ਦੀ ਜੂਨ ਦੇ ਵਿੱਚ ਜਾਂਦੇ ਆ। ਸਰਪ ਜੋਨ ਪਾਏ, ਸੱਪ ਦੀ ਜੂਨ ਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਮਨੁੱਖ ਸੰਤਾਂ ਨੂੰ ਮਾੜਾ ਕਹਿੰਦਾ। ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ। ਮਾਰੇ ਕਹਿੰਦੇ ਐਸੀ ਮਾੜੀ ਹਾਲਤ ਹੁੰਦੀ ਹੈ ਤੇ ਉਹਨੂੰ ਟੇਢੀਆਂ ਜੂਨਾਂ, ਕੀੜਿਆਂ ਮਕੌੜਿਆਂ ਕਿਰਲੀਆਂ ਦੀਆਂ ਜੂਨਾਂ 'ਚ ਪੈਣਾ ਪੈਂਦਾ। ਤ੍ਰਿਗਦ ਜੋਨ ਕਿਰਮਾਏ, ਕਿਰਮਾਏ ਕੀੜਿਆਂ ਦੀਆਂ ਜੂਨਾਂ। ਸਤਿਗੁਰੂ ਕਹਿੰਦੇ ਤ੍ਰਿਗਦ ਜੋਨ ਟੇਢੀਆਂ ਜੂਨਾਂ ਦੇ ਵਿੱਚ, ਕੀੜਿਆਂ ਵਰਗੀਆਂ ਜੂਨਾਂ 'ਚ ਉਹਨੂੰ ਪੈਣਾ ਪੈਂਦਾ ਜਿਹੜਾ ਮਨੁੱਖ ਸੰਤਾਂ ਨੂੰ ਮਾੜਾ ਕਹਿੰਦਾ, ਜਿਹੜਾ ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦਾ, ਜਿਹੜਾ ਬੰਦਗੀ ਕਰਨ ਵਾਲਿਆਂ ਦੀ, ਸਤ ਸੰਗਤ ਕਰਨ ਵਾਲਿਆਂ ਦੀ ਨਿੰਦਾ ਕਰਦਾ। ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੁਖਨ ਸਭ ਕੋ ਛਲੈ। ਮਾਰੇ ਕਹਿੰਦੇ ਸੰਤ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ। ਜਿਹੜੇ ਮਨੁੱਖ ਸੰਤਾਂ ਦੀ ਨਿੰਦਿਆ ਕਰਦੇ ਆ, ਤ੍ਰਿਸ਼ਨਾ 'ਚ ਜਲ ਜਾਂਦੇ ਆ। ਤ੍ਰਿਸ਼ਨਾ ਉਹਨਾਂ ਨੂੰ ਵਿਆਪੀ ਰਹਿੰਦੀ, ਹਰ ਵੇਲੇ ਸੜਦੇ ਰਹਿੰਦੇ, ਤ੍ਰਿਸ਼ਨਾਲੂ ਹੋ ਕੇ ਤ੍ਰਿਸ਼ਨਾ ਦੇ ਵਿੱਚ ਹੀ ਲੱਗੇ ਰਹਿੰਦੇ ਆ, ਤ੍ਰਿਸ਼ਨਾਲੂ ਹੋ ਕੇ ਜੀਵਨ ਬਤੀਤ ਕਰਦੇ ਆ। ਸੰਤ ਕੈ ਦੁਖਨ ਸਭ ਕੋ ਛਲੈ। ਮਾਰੇ ਕਹਿੰਦੇ ਧੋਖਾ ਦਿੰਦੇ ਸਾਰਿਆਂ ਨੂੰ, ਆਪਣੇ ਆਪ ਨੂੰ ਵੀ ਧੋਖਾ ਦਿੰਦੇ ਆ, ਪਰਿਵਾਰ ਨੂੰ ਵੀ ਧੋਖਾ ਦਿੰਦੇ ਤੇ ਸੰਸਾਰ ਨੂੰ ਵੀ ਧੋਖਾ ਦਿੰਦੇ। ਜਿਹੜੇ ਮਨੁੱਖ ਸੰਗਤ ਨਹੀਂ ਕਰਦੇ, ਜਿਹੜੇ ਸਤ ਸੰਗੀਆਂ ਦੇ ਨਾਲ ਮਾੜਾ ਵਿਵਹਾਰ ਕਰਦੇ ਆ, ਜਿਹੜੇ ਨਾਮ ਜਪਣ ਵਾਲਿਆਂ ਨੂੰ ਮਾੜਾ ਕਹਿੰਦੇ ਆ, ਉਹਨਾਂ ਮਨੁੱਖਾਂ ਦਾ ਇਹ ਹਾਲ ਹੁੰਦਾ। ਸਭ ਕੁਝ ਛਲ ਹੈ, ਉਹ ਸਾਰਿਆਂ ਨੂੰ ਛਲਦੇ ਆ, ਸਾਰਿਆਂ ਦੇ ਨਾਲ ਧੋਖਾ ਹੀ ਕਰ ਰਹੇ ਹੁੰਦੇ ਆ। ਸੰਤ ਕੈ ਦੁਖਣ, ਸੰਤ ਕੈ ਦੁਖਣ ਤੇਜ ਸਭ ਜਾਏ, ਸੰਤ ਕੈ ਦੁਖਣ ਨੀਚ ਨਿਚਾਏ। ਮਾਰੇ ਕਹਿੰਦੇ ਸੰਤ ਕੈ ਦੁਖਣ ਤੇਜ ਸਭ ਜਾਏ। ਜਿਹੜਾ ਪ੍ਰਤਾਪ ਹੁੰਦਾ ਨਾ ਮਾੜਾ ਮੋਟਾ, ਜਿਹੜਾ ਪ੍ਰਭਾਵ ਪਾਉਂਦਾ ਦੂਸਰਿਆਂ ਦੇ ਉੱਤੇ, ਉਹ ਵੀ ਤੇਜ਼ ਚਲਾ ਜਾਂਦਾ, ਉਹ ਵੀ ਪ੍ਰਭਾਵ ਚਲਾ ਜਾਂਦਾ। ਐਸੇ ਮਨੁੱਖ ਹੋ ਜਾਂਦੇ, ਕੋਈ ਨਹੀਂ ਪੁੱਛਦਾ ਉਹਨਾਂ ਨੂੰ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ, ਜਿਹੜੇ ਸੰਤਾਂ ਨੂੰ ਮਾੜਾ ਬੋਲਦੇ, ਜਿਹੜੇ ਸੰਤਾਂ ਦੇ ਦੂਸ਼ਣ ਲਾਉਂਦੇ ਆ। ਉਹਨਾਂ ਮਨੁੱਖਾਂ ਦਾ ਤੇਜ ਪ੍ਰਤਾਪ ਵੀ ਖਤਮ ਹੋ ਜਾਂਦਾ ਹੈ, ਉਹਨਾਂ ਮਨੁੱਖਾਂ ਦਾ ਆਪਣਾ ਬਲ ਜਿਹੜਾ ਤੇਜ ਹੁੰਦਾ ਉਹ ਖਤਮ ਹੋ ਜਾਂਦਾ ਹੈ। ਸੰਤ ਕੈ ਦੁਖਣ ਨੀਚ ਆਏ। ਮਾਰੇ ਕਹਿੰਦੇ ਐਸੇ ਹੋ ਜਾਂਦੇ ਆ ਉਹ ਮਨੁੱਖ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ, ਦੋਸ਼ ਲਾਉਣ ਵਾਲੇ, ਨੀਚਾਂ ਤੋਂ ਵੀ ਨੀਚ ਹੋ ਜਾਂਦੇ ਹੋ।
ਭਾਵ ਨੀਚ ਜਿਹੜੇ ਬਿਲਕੁਲ ਮਾੜੇ ਜੀਵਨ ਵਾਲੇ ਹੁੰਦੇ ਨਾ, ਨੀਚ ਤੋਂ ਨੀਚ ਮਨੁੱਖ, ਉਹਨਾਂ ਦੇ ਬਰਾਬਰ ਉਹਨਾਂ ਤੁਲਨਾ ਦਿੱਤੀ ਮਹਾਰਾਜ ਨੇ ਕਿ ਇੰਨਾ ਉਹਨਾਂ ਦਾ ਮਾੜਾ ਜੀਵਨ ਹੋ ਜਾਂਦਾ, ਨੀਚ ਨਿਚਾਏ, ਨੀਵਿਆਂ ਤੋਂ ਵੀ ਨੀਵੇਂ ਹੋ ਜਾਂਦੇ। ਸੰਤ ਦੁਖੀ ਕਾ ਥਾਓ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਹੋਏ ਵੀ ਗਤ ਪਾਹੇ। ਸੰਤ ਦੁਖੀ ਕਾ ਥਾਓ ਕੋ ਨਾਹੇ, ਮਹਾਰਾਜ ਕਹਿੰਦੇ ਸੰਤ ਨੂੰ ਦਿਖਾਉਣ ਵਾਲੇ ਦਾ ਕੋਈ ਥਾਂ ਨਹੀਂ, ਕਿਤੇ ਵੀ ਢੋਈ ਨਹੀਂ ਮਿਲਦੀ ਉਹਨੂੰ, ਕੋਈ ਵੀ ਥਾਂ ਨਹੀਂ ਦਿੰਦਾ, ਕਿਤੇ ਵੀ ਢੋਈ ਨਹੀਂ ਮਿਲਦੀ। ਨਾਨਕ ਸੰਤ ਭਾਵੈ ਤਾਂ ਕੋਈ ਵੀ ਗਤ ਪਾਏ। ਪਰ ਸੰਤ ਐਸੇ ਨਿਰਮਲ ਜੀਵਨ ਵਾਲੇ ਹੁੰਦੇ ਆ, ਇੰਨੇ ਪਵਿੱਤਰ ਸੁਭਾਅ ਵਾਲੇ ਹੁੰਦੇ ਆ ਕਿ ਜੇ ਉਹ ਭਾ ਜਾਵੇ ਉਹਨਾਂ ਨੂੰ, ਜੇ ਉਹਨਾਂ ਦੇ ਮਨ ਵਿੱਚ ਆ ਜਾਵੇ, ਕੋਈ ਵੀ ਗਤ ਪਾਵੇ, ਜਿਹੜੇ ਉਹਨਾਂ ਨੂੰ ਮਾੜਾ ਕਹਿਣ ਵਾਲੇ ਉਹਨਾਂ ਦੀ ਵਿਗਤੀ ਹੋ ਜਾਂਦੀ ਹੈ, ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ, ਉਹਨਾਂ ਨੂੰ ਮੁਕਤੀ ਦੇ ਰਾਹ ਤੇ ਪਾ ਦਿੰਦੇ ਆ। ਜਿਹੜੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਹੁੰਦੇ ਆ ਨਾ, ਜੇ ਕਿਤੇ ਸੰਤ ਐਸਾ ਹੋਵੇ, ਪੂਰਨ ਸੰਤ ਹੋਵੇ, ਉਹ ਨਿੰਦਿਆ ਕਰਨ ਵਾਲੇ ਨੂੰ ਵੀ ਸਿੱਧੇ ਰਾਹ ਪਾ ਦਿੰਦੇ। ਸੰਤ ਭਾਵੈ ਤਾਂ ਹੋਏ ਵੀ ਗਤ ਪਾਏ, ਉਹਨਾਂ ਦੀ ਮੁਕਤੀ ਕਰ ਦਿੰਦੇ ਆ ਜਿਹੜੇ ਦੁਖੀ ਹੁੰਦੇ ਆ, ਜਿਹੜੇ ਮਾੜਾ ਕਹਿੰਦੇ ਸੰਤਾਂ। ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ। ਸਤਿਗੁਰ ਕਹਿੰਦੇ ਆ ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਦਾ ਜਿਹੜਾ ਨਿੰਦਕ ਹੈ, ਜਿਹੜਾ ਸੰਤਾਂ ਨੂੰ ਮਾੜਾ ਕਹਿੰਦਾ, ਅਪਜਸ ਕਰਨ ਵਾਲਾ, ਮਹਾ ਅਤਤਾਈ ਭਾਵ ਬੜਾ ਭਾਰੀ ਪਾਪੀ ਹੁੰਦਾ, ਬਹੁਤ ਵੱਡਾ ਪਾਪੀ ਹੁੰਦਾ ਜਿਹੜਾ ਸੰਤਾਂ ਨੂੰ ਮਾੜਾ ਕਹਿੰਦਾ। ਜਿਹੜਾ ਬਹੁਤ ਮਾੜਾ ਕਹਿੰਦਾ ਹੈ ਉਹ ਬਹੁਤ ਭਾਰੀ ਪਾਪੀ ਹੁੰਦਾ, ਉਹਨੂੰ ਅਤੱਤਾ ਹੀ ਕਹਿੰਦੇ ਆ। ਉਹਦੇ ਵਿੱਚ ਜਿਹੜਾ ਅਤੱਤਾ ਹੀ ਮਹਾ ਪਾਪੀ ਹੁੰਦਾ, ਉਹਦੇ ਵਿੱਚ 6 ਦੋਸ਼ ਹੁੰਦੇ ਆ ਸਾਧ ਸੰਗਤ। ਇੱਕ ਦੋਸ਼ ਹੁੰਦਾ ਸਭ ਤੋਂ ਪਹਿਲਾ, ਕਿਸੇ ਦੇ ਮਕਾਨ ਨੂੰ ਅੱਗ ਲਾਉਣੀ, ਇਹ ਵੀ ਇੱਕ ਪਾਪ ਮੰਨਿਆ ਗਿਆ। ਤੇ ਕਿਸੇ ਸ਼ਸਤਰਹੀਨ ਨੂੰ ਮਾਰਨਾ, ਜਿਹਦੇ ਕੋਲ ਸ਼ਸਤਰ ਨਹੀਂ ਹੈ ਤੇ ਉਹਦੇ ਤੇ ਵਾਰ ਕਰਨਾ, ਉਹ ਵੀ ਇੱਕ ਪਾਪ ਮੰਨਿਆ ਗਿਆ ਹੈ। ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਧੋਖੇ ਨਾਲ, ਉਹ ਵੀ ਇੱਕ ਪਾਪ ਮੰਨਿਆ ਗਿਆ। ਫਿਰ ਆਪਣੀ ਤਾਕਤ ਨਾਲ ਦੂਜੇ ਦਾ ਧਨ ਖੋਹਣਾ, ਇਹ ਵੀ ਇੱਕ ਪਾਪ ਮੰਨਿਆ ਗਿਆ ਹੈ। ਫਿਰ 5 ਨੰਬਰ ਤੇ ਜ਼ਬਰਦਸਤੀ ਪਰਾਈ ਇਸਤਰੀ ਨੂੰ ਚੁੱਕ ਕੇ ਲੈ ਆਉਣਾ, ਇਹ ਵੀ ਇੱਕ ਬੜਾ ਵੱਡਾ ਪਾਪ ਮੰਨਿਆ ਗਿਆ। ਤੇ 6 ਨੰਬਰ ਤੇ ਪਰਾਈ ਜ਼ਮੀਨ ਖੋਹਣਾ। ਜਿਹੜੇ ਮਨੁੱਖ ਇਹ 6 ਤਰ੍ਹਾਂ ਦੇ ਪਾਪ ਕਮਾਉਂਦੇ ਆ ਨਾ, ਉਹ ਮਹਾ ਅਤਤਾਈ ਹੁੰਦੇ ਆ, ਉਹ ਸਭ ਤੋਂ ਵੱਡੇ ਪਾਪੀ ਹੁੰਦੇ ਆ। ਤੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਸੰਤਾਂ ਦੀ ਨਿੰਦਾ ਕਰਦਾ ਨਾ, ਉਹਨੂੰ ਇਹ ਜਿਹੜੇ 6 ਮਹਾਪਾਪ ਉਹ ਲੱਗਦੇ ਨੇ, ਉਹ 6 ਦੇ 6 ਮਹਾਪਾਪ ਉਹਨੂੰ ਲੱਗਦੇ ਆ। ਮਹਾ ਅਤਤਾਈ ਹੁੰਦਾ, ਬਹੁਤ ਵੱਡਾ ਪਾਪੀ ਹੁੰਦਾ। ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਮਹਾਰਾਜ ਕਹਿੰਦੇ ਆ ਸੰਤਾਂ ਦਾ ਅਪਜਸ ਕਰਨ ਵਾਲਾ, ਮਾੜਾ ਕਹਿਣ ਵਾਲਾ, ਖਿਨ ਇੱਕ ਛਿਣ ਵੀ ਕਿਸੇ ਪਦਵੀ ਦੇ ਨਹੀਂ ਟਿਕ ਪਾਉਂਦਾ, ਕਿਤੇ ਨਹੀਂ ਟਿਕਦਾ। ਸਾਰੇ ਉਹਨੂੰ ਧਿਕਾਰ ਕਰਦੇ ਆ, ਮਾੜਾ ਕਹਿੰਦੇ ਆ ਕਿ ਤੂੰ ਵੀ ਕੋਈ ਬੰਦਾ ਹੈ, ਇੰਨਾ ਮਾੜਾ। ਉਹਨਾਂ ਦਾ ਹਾਲਾਤ ਐਸੇ ਹੁੰਦੇ ਆ, ਹਰ ਕੋਈ ਉਹਨਾਂ ਨੂੰ ਮਾੜਾ ਕਹਿੰਦਾ ਜਿਹੜਾ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਦਾ। ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਏ, ਇੱਕ ਖਿਨ ਨਹੀਂ ਟਿਕ ਸਕਦਾ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਮਾਰੇ ਕਹਿੰਦੇ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਨਾ ਗੁਰਮੁਖੋ, ਉਹ ਮਹਾ ਹਤਿਆਰਾ, ਬਹੁਤ ਵੱਡਾ ਹਥਿਆਰਾ ਹੈ, ਬਹੁਤ ਵੱਡਾ ਪਾਪੀ ਹੈ, ਹੱਤਿਆ ਕਰਨ ਵਾਲਾ। ਉਹਨੇ ਹੱਤਿਆ ਕਰਨ ਦੇ ਬਰਾਬਰ ਇਹ ਹੈ। ਸੰਤਾਂ ਦੀ ਨਿੰਦਾ ਕਰਨਾ, ਹੱਤਿਆ ਕਰਨੀ ਇੱਕ ਬਰਾਬਰ ਹੈ। ਜਿਹੜਾ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਮਾੜਾ ਕਹਿੰਦਾ, ਜਪਣ ਵਾਲਿਆਂ ਨੂੰ ਮਾੜਾ ਕਹਿੰਦਾ, ਗੁਰਮੁਖ ਪਿਆਰਿਆਂ ਨੂੰ ਜਿਹੜਾ ਮਾੜਾ ਕਹਿੰਦਾ, ਮਹਾ ਹਤਿਆਰਾ, ਮਹਾ ਹਤਿਆਰਾ ਹੈ, ਹੱਤਿਆ ਕਰਨ ਵਾਲਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਮਹਾਰਾਜ ਕਹਿੰਦੇ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ, ਪਰਮੇਸ਼ਰ ਵੱਲੋਂ ਮਾਰਿਆ ਆ ਹੁੰਦਾ। ਉਹ ਮਤ ਸਮਝੇ ਕਿ ਮੈਂ ਬੜਾ ਚੰਗਾ, ਮੈਂ ਬੜਾ ਚਲਾਕ ਹਾਂ, ਪਰਮੇਸ਼ਰ ਵੱਲੋਂ ਉਹ ਮਾਰਿਆ ਗਿਆ ਹੁੰਦਾ, ਪਰਮੇਸ਼ਰ ਵਾਹਿਗੁਰੂ ਨੇ ਉਹਨੂੰ ਮਾਰਿਆ ਹੁੰਦਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਮਹਾਰਾਜ ਕਹਿੰਦੇ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਨਾ ਭਾਈ ਸਿੱਖੋ, ਉਹ ਰਾਜ ਭਾਗ ਦਾ ਮਾਲਕ ਨਹੀਂ ਰਹਿੰਦਾ, ਰਾਜ ਤੇ ਹੀਨ, ਰਾਜ ਵੀ ਖੋਇਆ ਜਾਂਦਾ ਉਹਦਾ ਜਿਹੜਾ ਮਾੜਾ ਕਹਿੰਦਾ। ਤੇ ਜੇ ਰਾਜ ਤੇ ਬੈਠਾ ਵੀ ਹੈ ਤਾਂ ਵੀ ਉਹ ਰਾਜ ਤੇ ਰਹਿਣ ਦੇ ਲਾਇਕ ਨਹੀਂ ਹੁੰਦਾ, ਉੱਥੇ ਵੀ ਉਹ ਪਾਪ ਹੀ ਕਮਾਉਂਦਾ। ਰਾਜ ਤੇ ਹੀਨ ਰਾਜ ਤੋਂ ਹੀਣਾ ਹੀ ਰਹਿੰਦਾ ਹੈ। ਭਾਵੇਂ ਰਾਜ ਕਮਾਈ ਵੀ ਜਾਵੇ ਤਾਂ ਵੀ ਉਹਦੇ ਜੀਵਨ 'ਚ ਸੱਚ ਰਾਜ ਨਹੀਂ ਆਉਂਦਾ, ਸੱਚ ਨਹੀਂ ਵਰਤਦਾ। ਝੂਠਾ ਰਾਜ ਤੇ ਭਾਵੇਂ ਜਿੰਨਾ ਮਰਜ਼ੀ ਕਰੀ ਜਾਵੇ, ਧੱਕੇ ਦੇ ਨਾਲ ਭਾਵੇਂ ਜਿਹਨੂੰ ਮਰਜ਼ੀ ਸਜ਼ਾ ਦੇਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਪਰ ਅਸਲੀ ਰਾਜ ਜਿਹੜਾ ਹੁੰਦਾ ਨਾ, ਉਹ ਨਹੀਂ ਉਹ ਕਰ ਸਕਦਾ, ਪਰਮੇਸ਼ਰ ਦਾ ਰਾਜ ਨਹੀਂ ਕਰ ਸਕਦਾ।
संत का निंदक राज ते हीन, राज तो हीन ही रहिंदा। संत का निंदक दुखिया अर दीन, मारे किते दुखी रहिंदा जिहड़ा संतां दी निंदा करदा। ऐसे हुंदे कई पुरश जिहड़े जपण वालिਆਂ ਨੂੰ ਮਾੜਾ ਕਹਿੰਦੇ ਆ ਤੇ ਆਪ ਕਹਿੰਦੇ ਮੇਰਾ ਤੇ ਹਾਲਾਤ ਹੀ ਬੜੇ ਮਾੜੇ, ਮੇਰਾ ਸਰੀਰ ਦੁਖਦਾ ਰਹਿੰਦਾ, ਮੇਰੀ ਬਹੁਤ ਬੁਰੀ ਹਾਲਤ ਆ। ਮਾਰੇ ਕਹਿੰਦੇ ਉਹ ਦੁਖੀ ਰਹਿੰਦੇ ਆ। ਅਰ ਦੀਨ, ਦੀਨ ਕੰਗਾਲ ਰਹਿੰਦੇ ਆ ਉਹ ਮਨੁੱਖ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ, ਉਹ ਕੰਗਾਲ ਹੋ ਜਾਂਦੇ ਆ। ਇਸ ਕਰਕੇ ਸੰਤਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਜਪਣ ਵਾਲਿਆਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਸੰਤ ਕੇ ਨਿੰਦਕ ਕਉ ਸਰਬ ਰੋਗ, संत के निंदक को सदा विजोग, संत के निंदक को सर्ब रोग, सारे रोग ਉਹਨੂੰ ਹੋ ਜਾਂਦੇ ਆ। ਸਾਰੇ ਰੋਗ ਕਿਹੜੇ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਰੋਗ ਉਸ ਮਨੁੱਖ ਨੂੰ ਆਣ ਕੇ ਚਿੰਬੜ ਜਾਂਦੇ ਆ ਜਿਹੜਾ ਸੰਤਾਂ ਦੀ, ਭਗਤਾਂ ਦੀ, ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ। ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਤੇ ਸੰਤ ਦਾ ਜਿਹੜਾ ਨਿੰਦਕ ਹੁੰਦਾ ਉਹਦਾ ਸ਼ੁਭ ਗੁਣਾਂ ਦੇ ਵੱਲੋਂ ਵਿਜੋਗ ਹੀ ਰਹਿੰਦਾ। ਵਿਜੋਗ ਦਾ ਅਰਥ ਵਿਛੋੜਾ, ਵਿਛੋੜਾ ਪਿਆ ਰਹਿੰਦਾ ਸ਼ੁਭ ਗੁਣਾਂ ਵੱਲੋਂ। ਸ਼ੁਭ ਗੁਣ ਕਮਾ ਹੀ ਨਹੀਂ ਸਕਦੇ, ਉਹ ਚੰਗੇ ਬਣ ਹੀ ਨਹੀਂ ਸਕਦੇ, ਵਿਕਾਰਾਂ ਦੇ ਵਿੱਚ ਹੀ ਰਹਿੰਦੇ ਆ। ਵਿਕਾਰਾਂ ਦੇ ਰੋਗ ਹੀ ਉਹਨਾਂ ਨੂੰ ਲੱਗੇ ਰਹਿੰਦੇ, ਚੰਬੜੇ ਰਹਿੰਦੇ ਆ ਰੋਗ ਉਹਨਾਂ ਨੂੰ। ਸੰਤ ਕੀ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ। ਮਾਰੇ ਕਹਿੰਦੇ ਸੰਤਾਂ ਦੀ ਨਿੰਦਿਆ ਕਰਨ ਵਾਲੇ ਜਿਹੜੇ ਹੁੰਦੇ ਆ, ਦੋਖ ਮੈਂ ਦੋਖ, ਉਹਨਾਂ ਦੇ ਉੱਤੇ ਬੜਾ ਵੱਡਾ ਬਦਨਾਮੀ ਦਾ ਦੋਸ਼ ਲੱਗਦਾ। ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਦੁਖੀ ਹੁੰਦੇ ਆ, ਬਹੁਤ ਹੀ ਉਹਨਾਂ ਨੂੰ ਦੁੱਖ ਲੱਗਦਾ ਹੈ, ਬਹੁਤ ਉਹਨਾਂ ਦੇ ਉੱਤੇ ਦੂਸ਼ਣ ਲਾਏ ਜਾਂਦੇ ਆ, ਦਰਗਾਹ ਦੇ ਵਿੱਚ ਵੀ ਮਾਰ ਪੈਂਦੀ ਆ। ਪਰ ਸਤਿਗੁਰ ਕਹਿੰਦੇ ਆ ਕਿ ਇੰਨਾ ਕੁਝ ਕਰਨ ਤੋਂ ਬਾਅਦ ਵੀ ਨਾਨਕ ਸੰਤ ਭਾਵੈ ਤਾਂ ਉਸ ਕਾਪੀ ਹੋਏ ਮੋਖ। ਸੰਤ ਐਸੇ ਪਵਿੱਤਰ ਜੀਵਨ ਵਾਲੇ ਹੁੰਦੇ ਆ, ਉਹ ਕਿਸੇ ਨੂੰ ਕੁਛ ਨਹੀਂ ਕਹਿੰਦੇ, ਪਰ ਜੇ ਉਹਨਾਂ ਦੀ ਨਿੰਦਿਆ ਕਰਨ ਵਾਲਾ ਵੀ ਉਹਨਾਂ ਨੂੰ ਭਾ ਜਾਵੇ ਨਾ ਕਿਤੇ, ਉਸ ਕਾ ਪੀ ਹੋਏ ਮੋਖ, ਉਹਦੀ ਵੀ ਮੁਕਤੀ ਕਰਾ ਦਿੰਦੇ ਪਰਮੇਸ਼ਰ ਦੇ ਦਰ ਤੋਂ। ਕਹਿੰਦੇ ਮਹਾਰਾਜ ਫਿਰ ਕੀ ਆ, ਬਖਸ਼ ਦੋ, ਫਿਰ ਕੀ ਮਾੜੇ ਜੀਵਨ ਵਾਲਾ ਹੈ, ਬਖਸ਼ ਦੋ ਮਹਾਰਾਜ, ਇਹਦੀ ਕਿਹੜੀ ਗੱਲ ਹੈ। ਮਾੜੇ ਜੀਵਨ ਵਾਲਾ ਹੈ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਉਹਨੂੰ ਵੀ ਮੁਕਤੀ ਮਿਲ ਜਾਂਦੀ, ਉਹਦਾ ਵੀ ਜੀਵਨ ਚੰਗਾ ਹੋ ਜਾਂਦਾ। ਸਾਸੰਗ ਇੱਕ ਭਾਈ ਤਲੋਕਾ ਹੋਇਆ ਹੈ, ਗੜ੍ਹ ਸ਼ੰਕਰ ਦਾ ਰਹਿਣ ਵਾਲਾ। ਉਹਨੇ ਉੱਥੇ ਇੱਕ ਜੋਗੀ ਹੋਇਆ ਸੀ, ਉਹਨੇ ਐਲਾਨ ਕਰ ਦਿੱਤਾ, ਕਹਿੰਦਾ ਕਿ ਮੈਂ ਤਪ ਕੀਤਾ ਹੈ ਬਹੁਤ ਜ਼ਿਆਦਾ, ਤੇ ਮੇਰੇ ਵਰਗਾ ਕੋਈ ਮਹਾਨ ਸੰਤ, ਮੇਰੇ ਵਰਗਾ ਕੋਈ ਜੋਗੀ ਨਹੀਂ ਹੈਗਾ, ਜਿਹੜਾ ਮੇਰੇ ਆ ਕੇ ਦਰਸ਼ਨ ਕਰੇਗਾ ਉਹਨੂੰ ਸਵਰਗ ਮਿਲਣਗੇ। ਉਹਨੂੰ 1 ਸਾਲ ਵਾਸਤੇ ਜਾਂ 2 ਸਾਲਾਂ ਵਾਸਤੇ ਕਹਿੰਦਾ ਸਵਰਗ ਦੀ ਪ੍ਰਾਪਤੀ ਹੋਏਗੀ ਜਿਹੜਾ ਮੇਰੇ ਦਰਸ਼ਨ ਕਰੂ। ਸਾਰਾ ਸ਼ਹਿਰ ਭੱਜਾ ਜਾਵੇ ਜੋਗੀ ਦੇ ਕੋਲ, ਦਰਸ਼ਨ ਕਰੇ, ਭੱਜਾ ਜਾਵੇ ਦਰਸ਼ਨ ਕਰੇ ਤੇ ਸਾਰਿਆਂ ਨੂੰ ਮੁਕਤੀ। ਉਹਨੇ ਆਪਣੇ ਚੇਲਿਆਂ ਨੂੰ ਪੁੱਛਿਆ ਕੋਈ ਰਹਿ ਤਾਂ ਨਹੀਂ ਗਿਆ, ਕਹਿੰਦੇ ਇੱਕ ਰਹਿ ਗਿਆ। ਸਾਰੇ ਹੀ ਆ ਗਏ, ਇੱਕ ਰਹਿ ਗਿਆ। ਕਹਿੰਦੇ ਕੌਣ ਰਹਿ ਗਿਆ? ਕਹਿੰਦੇ ਕੋਈ ਭਾਈ ਤਲੋਕਾ ਨਾਂ ਦਾ ਬੰਦਾ ਆ, ਉਹ ਨਹੀਂ ਆ ਰਿਹਾ। ਜੋਗੀ ਕਹਿੰਦਾ ਲੈ ਉਹਨੂੰ ਨਹੀਂ ਪਤਾ? ਕਹਿੰਦੇ ਜੀ ਪਤਾ ਤੇ ਸਾਰਾ ਹੈ, ਪਰ ਉਹ ਕਹਿੰਦਾ ਮੈਂ ਦਰਸ਼ਨ ਨਹੀਂ ਕਰਨੇ। ਕਹਿੰਦੇ ਜਾਓ ਫਿਰ ਸੱਦ ਕੇ ਲਿਆਓ ਉਹਨੂੰ। ਗਏ ਜੋਗੀ ਦੇ ਚੇਲੇ, ਜਾ ਕੇ ਭਾਈ ਤਲੋਕੇ ਨੂੰ ਕਹਿੰਦੇ ਭਾਈ ਤਲੋਕਿਆ, ਸਾਡਾ ਗੁਰੂ ਸਾਡਾ ਜੋਗੀ ਕਹਿੰਦਾ ਕਿ ਦਰਸ਼ਨ ਕਰ ਲਾ, ਤੈਨੂੰ 2 ਸਾਲਾਂ ਵਾਸਤੇ ਤੈਨੂੰ ਜਿਹੜਾ ਹੈ ਉਹ ਸਵਰਗ ਪ੍ਰਾਪਤ ਹੋ ਜਾਏਗਾ। ਭਾਈ ਤਲੋਕਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ, ਕਹਿੰਦਾ ਭਾਈ ਮੇਰੇ ਦੋਵੇਂ ਹੱਥ ਜੋੜੇ ਤੁਹਾਡੇ ਅੱਗੇ, ਤੁਸੀਂ ਆਪਣੇ ਜਾ ਕੇ ਨਾ ਗੁਰੂ ਨੂੰ ਕਹਿ ਦਿਓ, ਜੋਗੀ ਨੂੰ, ਕਿ ਨਹੀਂ ਮੈਂ ਤੇਰੇ ਦਰਸ਼ਨ ਨਹੀਂ ਕਰਨੇ, ਮੈਂ ਆਪਣੇ ਗੁਰੂ ਦੇ ਦਰਸ਼ਨ ਕਰ ਚੁੱਕਾ, ਮੈਂ ਆਪਣੇ ਗੁਰੂ ਨੂੰ ਧਿਆ ਚੁੱਕਾ ਹਾਂ, ਤੇ ਮੈਂ ਤੇਰੇ ਦਰਸ਼ਨ ਨਹੀਂ ਕਰ ਸਕਦਾ। ਤੇ ਜੋ ਉਹ ਵਾਪਸ ਆ ਗਏ ਆ, ਜੋਗੀ ਦੇ ਚੇਲੇ ਆਣ ਕੇ ਸਾਰੀ ਗੱਲ ਦੱਸੀ। ਜੋਗੀ ਕਹਿੰਦਾ ਫੇਰ ਜਾਓ ਇੱਕ ਵਾਰੀ ਉਹਨੂੰ ਕਹੋ ਕਿ ਦੂਸਰਿਆਂ ਵਾਸਤੇ 2 ਸਾਲਾਂ ਵਾਸਤੇ ਸਵਰਗ, ਤੈਨੂੰ ਸਦਾ ਵਾਸਤੇ ਸਵਰਗਾਂ 'ਚ ਭੇਜ ਦਾਂਗੇ, ਇੱਕ ਵਾਰੀ ਆ ਕੇ ਮੇਰੇ ਦਰਸ਼ਨ ਕਰ ਲਾ। ਚੇਲੇ ਫੇਰ ਗਏ ਆ, ਤੇ ਭਾਈ ਤਲੋਕਾ ਕਹਿੰਦਾ ਭਾਈ ਇੰਝ ਆ ਗੱਲ, ਤੇ ਤੁਸੀਂ ਹੁਣ ਮੇਰੇ ਕੋਲ ਆਇਓ ਨਾ, ਨਹੀਂ ਤੇ ਮੈਂ ਕੁੱਟ ਕੇ ਭਜਾਊ ਤੁਹਾਨੂੰ। ਜਦੋਂ ਇੱਕ ਵਾਰੀ ਕਹਿਤਾ ਕਿ ਮੈਂ ਕੋਈ ਜੋਗੀ ਦੇ ਦਰਸ਼ਨ ਨਹੀਂ ਕਰਨੇ, ਤੁਸੀਂ ਕਿਉਂ ਵਾਰ-ਵਾਰ ਆਉਂਦੇ ਜੀ? ਚੇਲੇ ਵਾਪਸ ਮੁੜ ਕੇ ਜਾ ਕੇ ਫਿਰ ਆਪਣੇ ਗੁਰੂ ਨੂੰ ਕਹਿੰਦੇ ਜੀ ਉਹ ਨਹੀਂ ਮੰਨਦਾ, ਕਹਿੰਦੇ ਨਹੀਂ ਮੰਨਦਾ। ਫਿਰ ਇਹ ਜੋਗੀ ਆਪ ਉੱਠ ਕੇ ਗਿਆ, ਭੱਜਾ ਗਿਆ, ਜਾ ਕੇ ਇਹਨੇ ਦਰਵਾਜ਼ਾ ਖੜਕਾਇਆ, ਤੇ ਅੰਦਰ ਭਾਈ ਤਲੋਕਾ ਕਹਿੰਦਾ ਮੈਂ ਦਰਵਾਜ਼ਾ ਨਹੀਂ ਖੋਲਣਾ। ਕਹਿੰਦਾ ਕਿਉਂ ਨਹੀਂ ਖੋਲਣਾ? ਕਹਿੰਦਾ ਤੂੰ ਇਹ ਸ਼ਬਦ ਵਾਪਸ ਲੈ ਕੇ ਤੈਨੂੰ ਦਰਸ਼ਨ ਕਰਨ ਦੇ ਨਾਲ ਮੁਕਤੀ ਪ੍ਰਾਪਤ ਹੋ ਜੂ, ਤੈਨੂੰ ਸਵਰਗ ਮਿਲ ਜਾਣਗੇ, ਇਹ ਬਚਨ ਵਾਪਸ ਲੈ, ਫਿਰ ਦਰਵਾਜ਼ਾ ਖੋਲਾਂਗਾ।
ਤੇ ਫਿਰ ਉਸ ਤੋਂ ਬਾਅਦ ਜੋਗੀ ਕਹਿੰਦਾ ਆ ਕਿ ਚੱਲ ਮੈਂ ਆਪਣੇ ਬਚਨ ਵਾਪਸ ਲੈਣਾ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਮੈਨੂੰ ਦਰਸ਼ਨ ਆਪਣੇ ਦੇ, ਮੈਂ ਤੇਰੇ ਦਰਸ਼ਨ ਕਰਨੇ, ਮੈਂ ਤੇ ਤੇਰੇ ਦਰਸ਼ਨ ਕਰਨਾ ਚਾਹੁੰਦਾ, ਤੂੰ ਮੈਨੂੰ ਆਪਣੇ ਦਰਸ਼ਨ ਦੇ। ਜਦੋਂ ਇਹ ਗੱਲ ਕੀਤੀ ਤੇ ਸੰਤ ਰੂਪ ਜੋ ਭਾਈ ਤਰਲੋਕਾ ਸਨ, ਉਹਨਾਂ ਨੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੋਲ੍ਹਿਆ ਤੇ ਜੋਗੀ ਕਹਿੰਦਾ ਕਿ ਮੈਂ ਤੇਰੇ ਹਾਲ ਦੇਖ ਕੇ ਨਿਹਾਲ ਹੋ ਗਿਆ, ਤੂੰ ਮੈਨੂੰ ਇੰਝ ਦੱਸ ਵੀ ਤੇਰਾ ਗੁਰੂ ਕੌਣ ਹੈ? ਇਹਨੇ ਕਿਹਾ ਮੇਰਾ ਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਕਹਿੰਦਾ ਮੈਂ ਵੀ ਦਰਸ਼ਨ ਕਰਨੇ, ਮੈਨੂੰ ਵੀ ਲੈ ਕੇ ਜਾ। ਭਾਈ ਤਰਲੋਕਾ ਕਹਿੰਦਾ ਚੱਲ ਭਾਈ ਮੈਂ ਤੈਨੂੰ ਵੀ ਲੈ ਜਾਣਾ, ਮੇਰਾ ਗੁਰੂ ਬੜਾ ਸਮਰੱਥ ਆ। ਤੇ ਕਹਿੰਦਾ ਤੇਰੇ ਗੁਰੂ ਦੇ ਕੋਲ ਕਿੰਨੀਆਂ ਕੁ ਤਾਕਤਾਂ ਆ? ਚੱਲ ਪਏ ਦੋਵੇਂ ਜਾਣੇ ਤੁਰੇ ਜਾਂਦੇ, ਰਸਤੇ 'ਚ ਪੁੱਛਦਾ ਕਿੰਨੀਆਂ ਕੁ ਤਾਕਤਾਂ ਤੇਰੇ ਗੁਰੂ ਕੋਲ? ਕਹਿੰਦਾ ਮੇਰਾ ਗੁਰੂ ਕਾਰਨ ਸਮਰੱਥ ਹੈ। ਮਨ 'ਚ ਵਿਚਾਰ ਕਰਦਾ, ਨਿੰਦਿਆ ਕਰਦਾ, ਕਹਿੰਦਾ ਇੰਨਾ ਕੁਝ ਤੇਰੇ ਗੁਰੂ ਕੋਲ ਨਹੀਂ, ਇੰਨਾ ਜਿੰਨੀਆਂ ਤਾਕਤਾਂ ਮੇਰੇ ਕੋਲ ਆ, ਮੇਰੀ ਉਮਰ ਬੜੀ ਵਡੇਰੀ ਆ, ਤੇਰੇ ਗੁਰੂ ਕੋਲ ਇੰਨੀਆਂ ਤਾਕਤਾਂ ਕਿੱਥੇ ਹੋਣੀਆਂ? ਨਿੰਦਿਆ ਕਰਦਾ ਜਾਂਦਾ ਰਸਤੇ ਸਾਰੇ। ਫਿਰ ਪੁੱਛਦਾ ਤੇਰੇ ਗੁਰੂ ਦੀ ਉਮਰ ਕਿੰਨੀ ਆ? ਤੇ ਭਾਈ ਤਰਲੋਕਾ ਕਹਿੰਦਾ ਕੋਈ 30 ਸਾਲ ਦੀ ਉਮਰ ਹੋਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ। ਕਹਿੰਦਾ ਲੈ ਇਹ ਤਾਂ ਬੱਚਾ ਹੈ ਜੇ, ਕਿਉਂਕਿ ਜੋਗੀਆਂ ਦੀ ਉਮਰ ਪ੍ਰਾਣਾਯਾਮ ਕਰਕੇ ਬੜੀ ਲੰਬੀ ਹੋ ਜਾਂਦੀ ਹੈ। ਕਹਿੰਦਾ ਇਹ ਤੇ ਬੱਚਾ ਹੈ ਜੇ, ਮੇਰੀ ਦੀ ਉਮਰ ਹੀ ਬੜੀ ਹੈ। ਫਿਰ ਨਿੰਦਿਆ ਕਰਨ ਲੱਗ ਪਿਆ ਤੇ ਨਿੰਦਿਆ ਕਰਦਾ ਕਰਦਾ ਇੱਦਾਂ ਹੀ ਅੰਮ੍ਰਿਤਸਰ ਪਹੁੰਚ ਗਏ ਆ। ਭਾਈ ਤਰਲੋਕਾ ਹੱਸੀ ਜਾ ਰਿਹਾ, ਨਾਲੇ ਜੋਗੀ ਦੀਆਂ ਗੱਲਾਂ ਸੁਣੀ ਜਾ ਰਿਹਾ। ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਆ। ਇੱਧਰ ਜਾਣੀ ਜਾਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨਾ ਕਨਾਤ ਲਾ ਕੇ ਬਹਿ ਗਏ, ਜਿੱਥੇ ਬੈਠੇ ਸਨ ਨਾ ਲਾ ਕੇ ਆਸਣ, ਸੰਗਤ ਬੈਠੀ ਸੀ ਸਾਹਮਣੇ। ਮਹਾਰਾਜ ਨੇ ਕਨਾਤ ਲਾਤੀ, ਅੱਗੇ ਕੱਪੜਾ ਲਾ ਲਿਆ, ਅੱਗੇ ਪਰਦਾ ਕਰ ਲਿਆ। ਜੋਗੀ ਤੇ ਭਾਈ ਤਰਲੋਕਾ ਆਏ ਆ, ਨਮਸਕਾਰ ਕੀਤੀ ਪਰਦੇ ਦੇ ਬਾਹਰੋਂ ਹੀ। ਮਹਾਰਾਜ ਕਹਿੰਦੇ ਆ ਭਾਈ ਤਰਲੋਕਿਆ ਆ ਗਿਆ? ਕਹਿੰਦੇ ਹਾਂਜੀ ਮਹਾਰਾਜ ਆ ਗਿਆ। ਸਤਿਗੁਰ ਕਹਿੰਦੇ ਚੱਲ ਫਿਰ ਬਹਿ ਜਾ ਸੰਗਤ 'ਚ। ਹਾਲ ਚਾਲ ਪੁੱਛਿਆ, ਕਹਿੰਦਾ ਮਹਾਰਾਜ ਬਹੁਤ ਚੜ੍ਹਦੀ ਕਲਾ। ਸਤਿਗੁਰ ਕਹਿੰਦੇ ਚੱਲ ਬਹਿ ਜਾ ਸੰਗਤ ਦੇ ਵਿੱਚ। ਇਹ ਜੋਗੀ ਥੋੜਾ ਅੱਗੇ ਹੋਇਆ। ਮਹਾਰਾਜ ਕਹਿੰਦੇ ਹਾਂ ਜੋਗੀ ਆ ਗਿਆ? ਕਹਿੰਦਾ ਆ ਗਿਆ ਜੀ। ਮਹਾਰਾਜ ਕਹਿੰਦੇ ਤੈਨੂੰ ਸਾਡੇ ਤੇ ਸ਼ੱਕ ਆ? ਬੜੀ ਨਿੰਦਿਆ ਕਰਦਾ ਆਉਂਦਾ ਸੀ ਰਸਤੇ 'ਚ। ਕਹਿੰਦਾ ਮਹਾਰਾਜ ਸ਼ੱਕ ਆ ਮੈਨੂੰ। ਤੇ ਸਤਿਗੁਰ ਕਹਿੰਦੇ ਚੱਲ ਫਿਰ ਇੰਝ ਕਰ, ਅਸੀਂ ਵੀ ਗੁਰੂ ਕਾਹਦੇ ਜੇ ਤੈਨੂੰ ਤੇਰਾ ਸ਼ੱਕ ਹੀ ਨਾ ਦੂਰ ਕੀਤਾ, ਤੂੰ ਆਪਣਾ ਹੱਥ ਕਰ। ਇਹਨੇ ਆਪਣਾ ਹੱਥ ਕੀਤਾ ਅੱਗੇ ਜੋਗੀ ਨੇ, ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਅੱਧਾ ਕੰਨ ਤੇ ਵਿੱਚ ਮੁੰਦਰ, ਕੰਨ ਸਾਡਾ ਹੁੰਦਾ ਨਾ ਕੰਨ, ਜੋਗੀ ਲੋਕ ਮੁੰਦਰ ਪਾਉਂਦੇ ਆ, ਅੱਧਾ ਕੰਨ ਸਮੇਤ ਮੁੰਦਰ ਦੇ ਇਹਦੇ ਜੋਗੀ ਦੇ ਹੱਥ ਤੇ ਰੱਖਦਾ। ਕਹਿੰਦੇ ਜੋਗੀਆ ਪਛਾਣ ਇਹ ਤੇਰਾ ਹੀ ਕੰਨ ਆ? ਕਹਿੰਦਾ ਹਾਂਜੀ ਮਹਾਰਾਜ ਜੀ ਮੇਰਾ ਹੀ ਕੰਨ ਆ। ਮਹਾਰਾਜ ਕਹਿੰਦੇ ਫਿਰ ਦੱਸ ਸਾਰਿਆਂ ਨੂੰ। ਕਹਿੰਦਾ ਜੀ ਹਾਂ ਇੱਕ ਵਾਰੀ ਕੀ ਹੋਇਆ ਸੀ, ਮੈਂ ਯੋਗ ਤਪ ਕਰਨ ਵਾਸਤੇ ਜਾਂਦਾ ਪਿਆ ਸੀ, ਤੇ ਮੈਂ ਛੋਟਾ ਸੀ, ਬਚਪਨ ਦੇ ਵਿੱਚ ਸੀ, ਜੋਗੀ ਬਣਿਆ, ਤੇ ਕਿਸ਼ਤੀ ਦੇ ਵਿੱਚ ਬੈਠ ਕੇ ਜਾਂਦੇ ਪਏ, ਰਾਹ ਦੇ ਵਿੱਚ ਹਨੇਰੀ ਚੱਲੀ ਤੇ ਕਿਸ਼ਤੀ ਡੁੱਬਣ ਦਾ ਖਤਰਾ ਬਣ ਗਿਆ। ਤੇ ਨਾਲ ਦੇ ਜਿਹੜੇ ਜੋਗੀ ਸਨ ਉਹਨਾਂ ਨੇ ਕਿਹਾ ਕਿ ਬੱਚਾ ਹੈਗਾ, ਚੱਲ ਇਹਨੂੰ ਚੁੱਕ ਕੇ ਵਿੱਚ ਸੁੱਟਦੇ ਆ ਪਾਣੀ ਦੇ, ਆਪੇ ਡੁੱਬ ਜਾਏਗਾ ਮਰ ਜਾਏਗਾ, ਤੇ ਕਿਸ਼ਤੀ ਨਾਲ ਸਾਰਿਆਂ ਦੇ ਡੁੱਬਣ ਨਾਲੋਂ ਇਹ ਡੁੱਬ ਕੇ ਮਰ ਜੇ ਚੰਗਾ। ਕਹਿੰਦਾ ਜੀ ਉਹਨਾਂ ਨੇ ਮੈਨੂੰ ਚੁੱਕ ਕੇ ਦਰਿਆ ਦੇ ਵਿੱਚ ਸਿੱਟਤਾ। ਜਦੋਂ ਦਰਿਆ 'ਚ ਸੁੱਟਿਆ ਤੇ ਉੱਥੇ ਕੋਈ ਮੱਛ ਸੀ, ਉਹਨੇ ਮੇਰਾ ਕੰਨ ਖਾ ਲਿਆ, ਅੱਧਾ ਕੰਨ ਸਮੇਤ ਮੁੰਦਰ ਦੇ ਖਾ ਲਿਆ। ਤੇ ਪਰਮੇਸ਼ਰ ਦੀ ਕਿਰਪਾ ਹੋਈ ਤੇ ਮੈਂ ਬਚ ਬਚਾ ਕੇ ਬਾਹਰ ਨਿਕਲ ਆਇਆ। ਬਚ ਬਚਾ ਕੇ ਬਾਹਰ ਨਿਕਲ ਆਇਆ ਤੇ ਫਿਰ ਕਹਿੰਦਾ ਜੀ ਮੈਂ ਭਗਤੀ ਕੀਤੀ ਤੇ ਇੰਨਾ ਕੁਝ ਕਰਨ ਲੱਗ ਪਿਆ। ਤੇ ਮਹਾਰਾਜ ਕਹਿੰਦੇ ਹੁਣ ਸਾਡੇ ਤੇ ਭਰੋਸਾ ਆਇਆ? ਕਹਿੰਦਾ ਹਾਂਜੀ ਮਹਾਰਾਜ ਮੈਂ ਤੇ ਤੁਹਾਡੀ ਨਿੰਦਿਆ ਕਰਦੇ ਆਇਆ। ਤੇ ਸਤਿਗੁਰ ਕਹਿੰਦੇ ਚੱਲ ਠੀਕ ਹੈ, ਹੁਣ ਭਾਈ ਤਰਲੋਕੇ ਦੇ ਚਰਨੀ ਪੈ ਜਾ, ਇਹਨੇ ਤੇਰੀ ਮੁਕਤੀ ਕਰਨੀ। ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ। ਮਹਾਰਾਜ ਕਹਿੰਦੇ ਹੁਣ ਫਿਰ ਭਾਈ ਤਰਲੋਕੇ ਦੇ ਚਰਨੀ ਪੈ ਜਾ, ਇਹਨੇ ਤੇਰੀ ਮੁਕਤੀ ਕਰਨੀ। ਫਿਰ ਕਹਿੰਦਾ ਮਹਾਰਾਜ ਮੈਨੂੰ ਆਪਣੇ ਦਰਸ਼ਨ ਦਿਓ। ਫਿਰ ਸਤਿਗੁਰਾਂ ਨੇ ਕਨਾਤ ਪਾਸੇ ਕੀਤੀ। ਫਿਰ ਇਹ ਜੋਗੀ ਜਿਹੜਾ ਨਿੰਦਿਆ ਕਰਦਾ ਆਉਂਦਿਆਂ ਸੀ ਸਤਿਗੁਰਾਂ ਦੀ ਸਾਰੇ ਰਾਹ, ਉਹ ਫਿਰ ਭਾਈ ਤਰਲੋਕੇ ਦੇ ਜਰੀਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨੀ ਲੱਗਾ। ਫਿਰ ਇਹਦੀ ਕਲਿਆਣ ਹੋ ਗਈ, ਇਹਨੂੰ ਵੀ ਮੁਕਤੀ ਪ੍ਰਾਪਤ ਹੋਈ। ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ। ਮਹਾਰਾਜ ਕਹਿੰਦੇ ਉਹਦੀ ਮੁਕਤੀ ਹੋ ਜਾਂਦੀ, ਜਿਹੜਾ ਸੰਤ ਜਿਨ ਭਾ ਜਾਵੇ, ਜਿਹੜੇ ਸੰਤਾਂ ਨੂੰ। ਸੰਤ ਕਾ ਦੁਖੀ ਸਦਾ ਅਪਵਿੱਤ। ਸਤਿਗੁਰ ਕਹਿੰਦੇ ਸੰਤਾਂ ਦਾ ਦੁਖੀ ਜਿਹੜਾ ਹੁੰਦਾ ਨਾ, ਅਪਵਿੱਤਰ ਜੀਵਨ ਵਾਲਾ ਹੁੰਦਾ, ਕਦੀ ਪਵਿੱਤਰ ਨਹੀਂ ਹੁੰਦਾ, ਉਹਦਾ ਜੀਵਨ ਵਿਕਾਰੀ ਰਹਿੰਦਾ ਹੈ, ਅਪਵਿੱਤਰ ਰਹਿੰਦਾ ਉਹਦਾ ਜੀਵਨ। ਸੰਤ ਕਾ ਦੁਖੀ ਸਦਾ ਅਪਵਿੱਤ, ਮਲੀਨ ਰਹਿੰਦਾ ਮਨ ਉਹਦਾ, ਅਪਵਿੱਤਰ ਰਹਿੰਦਾ ਮਨ ਉਹਦਾ। ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਕਿਸੇ ਦਾ ਨਹੀਂ ਮਿੱਤਰ ਬਣਦਾ, ਉਹ ਸਾਰਿਆਂ ਦੇ ਲਈ ਮਾੜਾ ਹੀ ਰਹਿੰਦਾ, ਮਿੱਤਰ ਨਹੀਂ ਬਣਾਉਂਦਾ, ਤਪਦਾ ਰਹਿੰਦਾ ਅੰਦਰੋਂ, ਜਿਹੜਾ ਸੰਤਾਂ ਦੀ ਮਹਾਂਪੁਰਸ਼ਾਂ ਦੀ ਨਿੰਦਿਆ ਕਰਦਾ।
संत के दुखी को डान लागै, संत कै दुखी को सब त्यागै। महाराज कहते ਜਿਹੜਾ ਸੰਤਾਂ ਨੂੰ ਦੁਖੀ ਕਰਦਾ ਨਾ ਉਹਨੂੰ ਡਾਂਡ ਦਾ ਅਰਥ ਡੰਡ ਲੱਗਦਾ। ਉਹਨੂੰ ਧਰਮ ਰਾਜੇ ਦੇ ਜਿਹੜੇ ਦੂਤ ਆ ਉਹ ਡਾਂਡ ਲਾਉਂਦੇ, ਡੰਡ ਲਾਉਂਦੇ ਆ, ਉਹਨੂੰ ਮਾਰਦੇ ਆ, ਕੁੱਟਦੇ ਆ। संत का दुखी सब को संत के दुखी को सब त्यागै। मारे कहते आ संत ਦੇ ਦੁਖੀ ਨੂੰ ਸਾਰੇ ਤਿਆਗ ਜਾਂਦੇ ਆ, ਸਾਰੇ ਪਿਆਰ ਕਰਨ ਵਾਲੇ ਛੱਡ ਜਾਂਦੇ ਆ, ਪਿੱਛੇ ਹਟ ਜਾਂਦੇ ਆ ਕਿ ਇਹ ਤੇ ਆਪ ਧਿਰਕਾਰਿਆ ਆ, ਇਹਨੇ ਕੀ ਕਿਸੇ ਨੂੰ ਕੁਛ ਦੇਣਾ ਹੈ, ਇਹ ਤੇ ਆਪ ਸੰਤਾਂ ਦੀ ਨਿੰਦਾ ਕਰਦਾ। संत का दुखी महा अहंकारी, संत का दुखी सदा विकारी। मारे कहता संत का दुखी ਮਹਾ ਹੰਕਾਰੀ, ਬਹੁਤ ਵੱਡਾ ਹੰਕਾਰੀ ਹੋ ਜਾਂਦਾ, ਅਤਿਅੰਤ ਹੰਕਾਰ ਉਹਦੇ ਅੰਦਰ ਭਰ ਜਾਂਦਾ ਹੈ। ਸੰਤ ਦਾ ਦੁਖੀ ਸਦਾ ਵਿਕਾਰੀ, ਸਦਾ ਹੀ ਵਿਕਾਰਾਂ ਦੇ ਵਿੱਚ ਲੱਗਾ ਰਹਿੰਦਾ। ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਉਹ ਵਿਕਾਰ ਹੀ ਕਮਾਉਂਦਾ ਰਹਿੰਦਾ ਹਰ ਵੇਲੇ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖਨਾ ਸੁਖ ਤੇ ਟਰੈ। ਮਾਰੇ ਕਹਿੰਦੇ ਜਿਹੜਾ ਸੰਤਾਂ ਨੂੰ ਦੁਖੀ ਦਿਖਾਉਂਦਾ ਹੈ, ਉਹਨਾਂ ਦੀ ਨਿੰਦਿਆ ਕਰਦਾ ਹੈ, ਦੂਸ਼ਣ ਲਾਉਂਦਾ ਹੈ। ਜਨਮੈ ਮਰੈ, ਜੰਮਦਾ ਹੈ ਮਰਦਾ ਹੈ, ਫਿਰ ਜੰਮਦਾ ਹੈ ਮਰਦਾ ਹੈ। ਸੰਤ ਕੇ ਦੁਖਨਾ ਸੁਖ ਤੇ ਕਰੈ। ਮਾਰੇ ਕਹਿੰਦੇ ਆ ਸੰਤ ਕੀ ਦੁਖਨਾ, ਨਿੰਦਿਆ ਕਰਨ ਵਾਲਾ ਸੁੱਖਾਂ ਤੋਂ ਟਲ ਜਾਂਦਾ ਹੈ, ਦੂਰ ਹੋ ਜਾਂਦਾ ਹੈ, ਸੁੱਖ ਉਹਦੀ ਜ਼ਿੰਦਗੀ ਜੋ ਖਤਮ ਹੋ ਜਾਂਦੇ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ। ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸੰਤ ਕੇ ਦੁਖੀ ਕੋ ਨਾਹੀ ਠਾਓ। ਸਤਿਗੁਰੂ ਕਹਿੰਦੇ ਆ ਜਿਹੜਾ ਸੰਤਾਂ ਨੂੰ ਤੰਗ ਕਰਦਾ ਹੈ, ਜਿਹੜਾ ਮਾੜਾ ਕਹਿੰਦਾ ਹੈ, ਉਹਨੂੰ ਪਰਲੋਕ ਦੇ ਵਿੱਚ ਢੋਈ ਨਹੀਂ ਮਿਲਦੀ, ਠਾਓ ਟਿਕਾਣਾ ਨਹੀਂ ਮਿਲਦਾ। ਜਦੋਂ ਇੱਥੋਂ ਜਾਂਦਾ ਹੈ ਨਾ ਪਰਲੋਕ 'ਚ ਉਹਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ, ਉੱਥੇ ਵੀ ਇਹਦਾ ਅਧਿਕਾਰ ਹੁੰਦਾ ਹੈ, ਉੱਥੇ ਵੀ ਸਾਰੇ ਮਾੜਾ ਕਹਿੰਦੇ ਆ। ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਪਰ ਜੇ ਗੁਰਮੁਖ ਪਿਆਰਾ ਆਪ ਭਾਵੇ ਉਹਨੂੰ, ਜੇ ਸੰਤ ਨੂੰ ਭਾ ਜਾਵੇ, ਜੇ ਉਹਦੇ ਮਨ ਵਿੱਚ ਆਵੇ ਕਿ ਵੀ ਤੇ ਵਿਚਾਰਾ ਨਿਮਾਣਾ ਜਿਹਾ ਜੀਵ ਹੀ ਆ, ਲਏ ਮਿਲਾਏ ਉਹਦੀ ਵੀ ਕਲਿਆਣ ਕਰ ਦਿੰਦਾ, ਉਹਨੂੰ ਵੀ ਮਿਲਾ ਲੈਂਦਾ ਹੈ, ਉਹਨੂੰ ਵੀ ਪਰਮੇਸ਼ਰ ਦਾ ਜਸ ਦੇ ਦਿੰਦਾ, ਉਹਨੂੰ ਵੀ ਭਗਤੀ 'ਚ ਮਿਲਾ ਲੈਂਦਾ ਹੈ ਜੇ ਸੰਤ ਭਾ ਜਾਵੇ। ਸੋ ਸਤਿਗੁਰਾਂ ਨੇ ਇਹਨਾਂ 4 ਪਦਿਆਂ 'ਤੇ ਬਖਸ਼ਿਸ਼ ਕੀਤੀ ਹੈ ਕਿ ਭਾਈ ਸੰਤਾਂ ਦੀ ਨਿੰਦਿਆ ਕਰਨ ਵਾਲਾ, ਪਰਮੇਸ਼ਰ ਨੂੰ ਸਿਮਰਨ ਵਾਲਿਆਂ ਦੀ ਨਿੰਦਿਆ ਕਰਨ ਵਾਲਾ ਜਿਹੜਾ ਮਨੁੱਖ ਹੁੰਦਾ ਨਾ, ਨਿੰਦਿਆ ਦੇ ਸਾਧ ਸੰਗਤ ਅਸਲ 'ਚ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ, ਭਾਵੇਂ ਕੋਈ ਮਾੜਾ ਹੈ ਭਾਵੇਂ ਕੋਈ ਚੰਗਾ ਹੈ, ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਦੇ ਮਨ ਵਿੱਚ ਕੀ ਹੈ, ਕੋਈ ਕਿਵੇਂ ਦਾ ਹੈ। ਅਤੇ ਜੇ ਅਸੀਂ ਕਿਸੇ ਦੀ ਨਿੰਦਿਆ ਕਰਾਂਗੇ ਤਾਂ ਜੀਵਨ ਆਪਣਾ ਹੀ ਖਰਾਬ ਕਰਾਂਗੇ। ਜਿੰਨਾ ਅਸੀਂ ਕਿਸੇ ਹੋਰ ਦੇ ਬਾਰੇ ਸੋਚਦੇ ਹਾਂ ਨਾ, ਉਨਾ ਹੀ ਸਾਡੇ ਅੰਦਰ ਉਸ ਬੰਦੇ ਦੇ ਵਿਕਾਰ ਪ੍ਰਗਟ ਹੁੰਦੇ ਆ, ਉਨੇ ਹੀ ਆਈ ਜਾਂਦੇ ਆ। ਜਿੰਨਾ ਅਸੀਂ ਕਿਸੇ ਦੇ ਬਾਰੇ ਮਾੜਾ ਕਹੀ ਜਾਂਦੇ ਹਾਂ ਨਾ ਕਿ ਉਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਮੈਂ ਹੀ ਚੰਗਾ ਹਾਂ, ਜਿਹਨੂੰ ਆਪਾਂ ਮਾੜਾ ਕਹਿੰਦੇ ਹਾਂ ਨਾ, ਉਹਦੇ ਜਿੰਨੇ ਵੀ ਵਿਕਾਰ ਹੁੰਦੇ ਆ ਉਹ ਫਿਰ ਸਾਡੇ ਵੱਲ ਨੂੰ ਆਉਣੇ ਸ਼ੁਰੂ ਹੋ ਜਾਂਦੇ ਆ। ਜੈਸਾ ਸੀ ਵੈ ਤੈਸੋ ਹੋਏ ਵਾਲੀ ਗੱਲ, ਕਿ ਜਿਹਨੂੰ ਯਾਦ ਕਰੀ ਜਾਵਾਂਗੇ ਉਹਦੇ ਵਿਕਾਰ, ਜੇ ਉਹ ਚੰਗਾ ਹੈ ਤਾਂ ਉਹਦੀ ਚੰਗਿਆਈ ਸਾਡੇ 'ਚ ਆਏਗੀ, ਜੇ ਮਾੜਾ ਹੈ ਤਾਂ ਮਾੜਾ ਭਾਵ ਆਏਗਾ। ਇਸੇ ਕਰਕੇ ਨਿੰਦਿਆ ਤੇ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ, ਭਾਵੇਂ ਕੋਈ ਵੀ ਹੈ। ਇਸੇ ਕਰਕੇ ਜੇ ਕੋਈ ਸੰਤਾਂ ਦੀ ਨਿੰਦਿਆ ਕਰਦਾ ਹੈ, ਜਿਹੜੇ ਨਾਮ ਜਪਣ ਵਾਲੇ ਉਹਨਾਂ ਦੀ ਨਿੰਦਿਆ ਕਰਦਾ ਹੈ, ਫਿਰ ਤੇ ਉਹ ਤਾਂ ਸਭ ਤੋਂ ਮਾੜਾ ਮਨੁੱਖ ਹੈ, ਮਹਾ ਹਤਿਆਰਾ ਹੈ, ਉਹਦਾ ਜੀਵਨ ਬਹੁਤ ਮਾੜਾ ਹੈ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ। ਉਹ ਨਿੰਦਿਆ ਨਹੀਂ ਕਿਸੇ ਮਹਾਂਪੁਰਸ਼ ਦੀ, ਕਿ ਸੰਤ ਦੀ, ਨਾਮ ਜਪਣ ਵਾਲੇ ਦੀ, ਬਾਣੀ ਪੜ੍ਹਨ ਵਾਲੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹਦਾ ਦੁੱਖ ਜਿਹੜਾ ਬਾਅਦ 'ਚ ਆਪਾਂ ਨੂੰ ਖੁਦ ਹੀ ਭੋਗਣਾ ਪੈਂਦਾ ਹੈ। ਕਿਉਂਕਿ ਕਬੀਰ ਸਾਹਿਬ ਨੇ ਕਿਹਾ ਇਹ ਕੱਪੜੇ ਧੋਂਦੇ ਆ ਲੋਕ ਇੱਕ ਦੂਜੇ ਦੇ ਨਿੰਦਿਆ ਕਰ ਕਰਕੇ, ਹਮਰੇ ਕੱਪੜੇ ਨਿੰਦਕ ਧੋਗੇ। ਮੈਲ ਜਿਹੜੀ ਹੁੰਦੀ ਨਾ ਕੱਪੜਿਆਂ ਦੀ, ਇਸ ਤਰ੍ਹਾਂ ਸਾਡੇ ਜਿਹੜੇ ਵਿਕਾਰਾਂ ਰੂਪੀ ਮੈਲ ਉਹ ਲੈ ਜਾਂਦੇ ਆ ਤੇ ਅਸੀਂ ਸਵੱਛ ਹੁੰਦੇ ਜਾਂਦੇ, ਸਾਡਾ ਮਨ ਸਾਫ਼ ਹੁੰਦਾ ਜਾਂਦਾ। ਤੇ ਸੰਤਾਂ ਦੀ ਜਿਹੜੇ ਨਿੰਦਿਆ ਕਰਦੇ ਆ, ਸੰਤਾਂ ਨੂੰ ਤੇ ਫਰਕ ਨਹੀਂ ਪੈਂਦਾ, ਉਹ ਸਗੋਂ ਆਪ ਆਨੰਦ ਲੈਂਦੇ, ਉਹਨਾਂ ਦੇ ਜਿਹੜੇ ਮਾੜੇ ਕਰਮ ਹੁੰਦੇ ਉਹ ਲੈ ਜਾਂਦੇ, ਜਿਹੜੇ ਨਿੰਦਿਆ ਕਰਨ ਵਾਲੇ ਹੁੰਦੇ ਆ। ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਕਦੀ ਵੀ ਮਾੜਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਅਸੀਂ ਇਹਨਾਂ ਦਾ ਜੀਵਨ ਨਹੀਂ ਦੇਖਿਆ ਹੁੰਦਾ ਨੇੜਿਓਂ ਜਾ ਕੇ। ਤੇ ਜਦੋਂ ਅਸੀਂ ਵੇਖਿਆ ਨਹੀਂ ਹੁੰਦਾ, ਜੇ ਦੂਰੋਂ ਹੀ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਉਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ, ਵੀ ਸੰਤ ਮਾੜਾ, ਵੀ ਮਾੜਾ, ਜੇ ਇੱਦਾਂ ਹੀ ਕਹੀ ਜਾਵਾਂਗੇ ਤੇ ਫਿਰ ਸਾਡੇ ਵਰਗਾ ਜਿਹੜਾ ਉਹ ਬੇਵਕੂਫ ਕੌਣ ਹੋਏਗਾ। ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਨਹੀਂ ਮਾੜਾ ਕਹਿਣਾ ਚਾਹੀਦਾ। ਠੀਕ ਹੈ, ਕੁਝ ਵਿਕਾਰੀ ਹੁੰਦੇ ਆ ਜਿਹੜੇ ਆਪਣੇ ਆਪ ਦੇ ਵਿੱਚ ਸੰਤ ਬਣੇ ਹੁੰਦੇ ਆ, ਵਿਕਾਰੀ ਹੁੰਦੇ ਆ, ਪਰ ਪਰਮੇਸ਼ਰ ਜਿਹੜਾ ਹੈ ਨਾ ਉਹਨੇ ਹੀ ਸਾਰਿਆਂ ਨੂੰ ਇੱਕ ਟਿਕਾਣੇ 'ਤੇ ਰੱਖਿਆ ਹੈ। ਉਹੀ ਫਿਰ ਉਹਨਾਂ ਦਾ ਵੀ ਜਿਹੜਾ ਹੈ ਨਾ, ਜਿਹੜੇ ਮਾੜੇ ਹੁੰਦੇ ਜੀਵਨ ਦੇ ਮਾੜੇ, ਜਿਹੜੇ ਸੰਤਾਂ ਦੀ ਨਿੰਦਿਆ ਵੀ ਕਰਦੇ ਆ,
ਆਪ ਸੰਤ ਬਣ ਕੇ ਜਿਹੜੇ ਬਹਿ ਜਾਂਦੇ ਵਿਕਾਰੀ ਲੋਕ, ਆਪਣੇ ਆਪ ਨੂੰ ਸੰਤ ਮਹਾਂਪੁਰਸ਼ ਕਹਾਉਣ ਲੱਗ ਪੈਂਦੇ, ਹਸ਼ਰ ਉਹਨਾਂ ਦਾ ਵੀ ਮਾੜਾ ਹੁੰਦਾ ਹੈ, ਉਹ ਵੀ ਨਹੀਂ ਟਿਕਦੇ ਸਦਾ ਲਈ। ਪਰ ਸਤਿਗੁਰ ਕਹਿੰਦੇ ਨਿੰਦਿਆ ਨਹੀਂ ਕਿਸੇ ਕਰਨੀ ਚਾਹੀਦੀ, ਨਿੰਦਾ ਭਲੀ ਕਿਸੇ ਕੇ ਨਾਹੀਂ, ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਖਾਸ ਕਰਕੇ ਸੰਤ ਮਹਾਂਪੁਰਸ਼ ਦੀ ਨਿੰਦਿਆ ਤੇ ਕਰਨੀ ਨਹੀਂ ਚਾਹੀਦੀ, ਨਹੀਂ ਤੇ ਜੀਵਨ ਬੜਾ ਵਿਕਾਰੀ ਹੋ ਜਾਂਦਾ। ਇਸ ਕਰਕੇ ਉਹਨਾਂ ਦੇ ਚਰਨੀ ਲੱਗਣਾ ਚਾਹੀਦਾ, ਉਹਨਾਂ ਨੂੰ ਪੁੱਛ ਕੇ ਜੀਵਨ ਬਤੀਤ ਕਰਨਾ ਚਾਹੀਦਾ ਕਿ ਤੁਹਾਡਾ ਤਪ ਕਿੰਨਾ ਹੈ, ਤੁਹਾਡਾ ਜਪ ਕਿੰਨਾ, ਸਾਨੂੰ ਵੀ ਬਖਸ਼ਿਸ਼ ਕਰੋ। ਸੋ ਸਾਧ ਸੰਗਤ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਬਾਕੀ ਜੋ ਰਹਿ ਗਈਆਂ ਹਨ 4 ਪਦੇ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਆਪ ਜੀ ਨੇ ਜੇ ਕੁਛ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰ ਲਓ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ ਵਾਹਿਗੁਰੂ। ਠੀਕ ਹੈ ਸਾਧ ਸੰਗਤ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੰਥਿਆ ਆਉਂਦਿਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਆਪ ਸੰਗਤ ਬਖਸ਼ਣਹਾਰ ਹੋ, ਸਤਿਗੁਰ ਬਖਸ਼ਣਹਾਰ ਹੈ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।